ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਵੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਵੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਭਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਇ ਕੇ। ਨਾਏ ਧਿਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ। ਜਿਹੇ ਤੇ ਨਿਦ ਸਿਧ ਆਏ। ਸ੍ਰੀ ਸਤਿਗੁਰ ਹਰਿ ਰਾਇ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਾਹਿਬ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਕੇ ਬੋਹਿਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਜੋ ਪਰਮੇਸ਼ਰ ਸਰੂਪ ਪ੍ਰਤੱਖ ਹਰ ਸਤਿਗੁਰੂ ਜੀ ਦੇ ਦਰਬਾਰ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਕਿਰਤਾਰਥ ਹੋ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕੀ ਜਿਹੜੀ ਮਹਾਨ ਸੰਗਤ ਹੈ, ਸਾਧ ਸੰਗਤ, ਸਤ ਸੰਗਤ, ਗੁਰ ਸੰਗਤ, ਉਹਦੇ ਵਿੱਚ ਕੁਝ ਸਮਾਂ ਸਫਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਜੋ
ਤ੍ਰੈ ਲੋਕਾਂ ਦੇ ਮਾਲਕ ਹੈ। ਮਹਾਰਾਜ ਜੀ ਤਖਤਾਂ ਉੱਪਰ ਬਿਰਾਜਮਾਨ ਹੋ ਕੇ ਆਪਣੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਸੰਧਿਆ ਦੇ ਸਮੇਂ ਤੋਂ ਹੀ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ। ਗੁਰੂ ਦੀਆਂ ਸੰਗਤਾਂ ਆ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਤਮਸਤਕ ਹੋ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਹੁਣ ਜੋ ਆਪਾਂ ਰੋਜ਼ਾਨਾ ਹੀ ਕੁਝ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਥਾ ਆਰੰਭ ਕੀਤੀ ਹੈ, ਉਸ ਕਥਾ ਦਾ ਸਮਾਂ ਹੋਇਆ ਹੈ। ਆਪਾਂ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਭਾਈ ਸਾਹਿਬ ਜੀ ਨੇ ਆਪ ਵੀ ਪਹਿਲੇ ਅਧਿਆਏ ਦੇ ਵਿੱਚ ਸਤਿਗੁਰੂ ਜੀ ਦੇ ਮੰਗਲਾਂ ਦੇ ਚਿੰਤਨ ਕੀਤਾ ਹੈ, ਗੁਰੂ ਜੀ ਦੀ ਸੋਭਾ ਵਡਿਆਈ ਕੀਤੀ ਹੈ। ਉਹਨਾਂ ਮੰਗਲਾਂ ਦੀ ਆਪਾਂ ਕਥਾ ਸਰਵਣ ਕਰਦੇ ਆ ਰਹੇ ਹਾਂ। ਉਹ ਮੰਗਲਾਂ ਵਿੱਚ ਜਿਨ੍ਹਾਂ ਵਿੱਚ ਕਵੀ ਸਾਹਿਬ ਜੀ ਨੇ ਗੁਰੂ ਜੀ ਨੂੰ ਬੇਅੰਤ ਉੱਤਮ ਵਿਸ਼ੇਸ਼ ਦੱਸ ਕੇ ਪਹਿਲਾਂ ਸਮਾਨਤਾ ਦਿਖਾਈ ਹੈ, ਫਿਰ ਵਿਸ਼ੇਸ਼ ਗੁਣਾ ਦਿਖਾ ਕੇ ਗੁਰੂ ਜੀ ਦੀ ਉੱਤਮ ਮਹਾਨ ਵਡਿਆਈ ਕੀਤੀ ਹੈ। 6 ਗੁਰੂ ਸਾਹਿਬਾਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕਰਕੇ 6ਵੇਂ ਪਾਤਸ਼ਾਹ ਜੀ ਤੱਕ ਮੰਗਲ ਹੋ ਚੁੱਕੇ ਹੈ। ਅੱਗੇ ਕਵੀ ਸਾਹਿਬ ਜੀ 7ਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਦਾ ਮੰਗਲ ਕਰ ਰਹੇ ਹੈ। ਜਿਵੇਂ ਗੁਰੂ ਜੀ ਦੀ ਵਡਿਆਈ ਕਰਕੇ ਨਮਸਕਾਰਾਂ ਕਵੀ ਸਾਹਿਬ ਜੀ ਕਰਦੇ ਹੈ, ਨਾਲ ਸਾਨੂੰ ਵੀ ਸਿੱਖਿਆ ਦੇ ਰਹੇ ਹੈ। ਆਓ ਆਪਾਂ ਉਹ ਕਥਾ ਵਿਚਾਰ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿਰਾਏ ਕੇ। ਭਾਈ ਸਾਹਿਬ ਕਵੀ ਰਾਜ ਚੂੜਾਮਣੀ ਕਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਹੈ, ਹੇ ਭਾਈ, ਹੇ ਗੁਰੂ ਖਾਲਸਾ ਜੀ, ਜੋ ਸੋਭਾ ਵਾਲੇ ਸ਼੍ਰੋਮਣੀ ਬੜੇ ਉੱਤਮ ਸਤਿਗੁਰੂ ਹੈ, ਸ੍ਰੀ ਗੁਰੂ ਸਤਿਗੁਰੂ ਜੋ ਹੈ ਤੇ ਐਸੇ ਗੁਰੂ ਹਰਿਰਾਏ ਮਹਾਰਾਜ ਜੀ ਦੇ ਨਾਏ ਧਿਆਏ ਅਗ ਜਾਏ। ਜਿਸ ਸਤਿਗੁਰੂ ਹਰਿਰਾਏ ਮਹਾਰਾਜ ਜੀ ਦੇ ਨਾਮ ਧਿਆਉਣ ਦੇ ਨਾਲ ਹੀ ਸਮੂਹ ਜਿਹੜੇ ਪਾਪ ਹੈ ਚਲ ਜਾਂਦੇ ਹੈ। ਜਿਸ ਸਤਿਗੁਰਾਂ ਦਾ ਨਾਮ ਜਪਣੇ ਕਰਕੇ ਇਹ ਜਿੰਨੇ ਪਾਪ ਹੈ ਜਨਮਾਂ ਜਨਮਾਂਤਰਾਂ ਦੇ ਆ ਨਸ਼ਟ ਹੋ ਜਾਂਦੇ ਹੈ। ਕਰ ਪਦ ਪਰ ਪ੍ਰਣਾਮ ਕੋ। ਇਸ ਤਰ੍ਹਾਂ ਮਹਾਰਾਜ ਉਹਨਾਂ ਸਤਿਗੁਰਾਂ ਦੇ ਪਦ ਜਿਹੜਾ ਪਾਠ ਹੁੰਦਾ ਇਹਨੂੰ ਪੋਲਾ ਹੀ ਪੜੀਦਾ ਹੈ। ਕਹਿੰਦੇ ਹੈ, ਮੈਂ ਉਹਨਾਂ ਸਤਿਗੁਰਾਂ ਦੇ ਪਦ ਕਹੀਏ ਚਰਨਾਂ ਉੱਪਰ ਆ ਪ੍ਰਣਾਮ ਨਮਸਕਾਰ ਕਰ ਕਹੀਏ ਕਰਦਾ ਹਾਂ ਦੋਵੇਂ ਹੱਥ ਜੋੜ ਕੇ। ਜਿਹੇ ਤੇ ਨਿਦ ਸਿੱਧ ਆਏ। ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤਿਆਂ ਭਾਈ ਰਿੱਧੀਆਂ ਸਿੱਧੀਆਂ 9 ਨਿਧੀਆਂ ਆ ਜਾਂਦੀਆਂ, 9 ਨਿਧੀਆਂ ਆ ਜਾਂਦੀਆਂ ਤੇ 18 ਜਿਹੜੀਆਂ ਹੈ ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਐਸੇ ਗੁਰੂ ਹਰਿਰਾਏ ਮਹਾਰਾਜ ਜੀ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਸਦਾ ਹੀ ਸ਼ਕਤੀਆਂ ਵਸ ਰਹੀਆਂ ਹੈ। ਤੇ ਭਾਈ ਸਾਹਿਬ ਜੀ ਦੱਸ ਰਹੇ, ਹੇ ਮਨ ਸੰਤੋਖ ਸਿੰਘ, ਤੂੰ ਵੀ ਐਸੇ ਸਤਿਗੁਰਾਂ ਦਾ ਧਿਆਨ ਧਰ ਜਿਨ੍ਹਾਂ ਦਾ ਧਿਆਨ ਧਰਿਆ ਸਾਰੇ ਪਾਪ ਚਲੇ ਜਾਂਦੇ ਹੈ। ਮੱਥਾ ਟੇਕਿਆ ਗੁਰੂ ਹਰਿਰਾਏ ਮਹਾਰਾਜ ਜੀ ਨੂੰ 9 ਨਿਧੀਆਂ 18 ਸਿੱਧੀਆਂ ਆ ਜਾਂਦੀਆਂ। 9 ਨਿਧੀਆਂ ਦਾ ਵਿਦਵਾਨਾਂ ਨੇ ਗੁਰਮੁਖ ਪ੍ਰਕਾਸ਼ ਵਿੱਚ ਥੋੜ੍ਹਾ ਸੁਖਾਲਾ ਕਰਕੇ ਲਿਖਿਆ ਹੈ ਕਿ ਆਸਨ ਬਸਨ ਭੂ ਕਨਕ ਅਰ
ਵੀ ਅਸਨ ਬਸਨ ਭੂ ਕਨਕ ਅਰਦਾਸੀ ਚੌਪ ਗੁਲਾਮ। ਰਥਵਾਹੇ ਹਿੰਡਾਏ ਜਾਨੀਏ ਜੇ ਨਾਮਨਿਦ ਕੇ ਨਾਮ। ਅਸਨ ਵੀ 9 ਖਜ਼ਾਨੇ ਆ ਜਾਂਦੇ। ਜਿਵੇਂ ਸੰਤਾਂ ਕੋ ਹੁੰਦੇ ਨਾ, ਵੇਖੋ ਜਿਹੜੇ ਭੋਜਨ ਹੈ, ਭਾਵ ਸਭ ਪ੍ਰਕਾਰ ਦੇ ਭੋਜਨ ਸਦਾ ਹੀ ਹਾਜ਼ਰ ਰਹਿਣੇ, ਇਹ ਨਿੱਜੀ ਖਜ਼ਾਨਾ ਆ ਜਾਂਦਾ ਹੈ। ਸਾਡੇ ਸੰਤ ਹੁੰਦੇ ਆ, ਉਹਨਾਂ ਨੂੰ ਵੇਖੋ ਕੋਈ ਕਮੀ ਨਹੀਂ, ਜੋ ਕਹਿਣ ਵੀ ਆਹ ਬਣਾ ਕੇ ਲਿਆਓ ਅਤੇ ਉਹੀ ਉੱਥੇ ਹਾਜ਼ਰ ਹੋ ਜਾਣਾ, ਕੋਈ ਕਮੀ ਨਹੀਂ ਹੁੰਦੀ। ਉਹ ਡੇਰੇ ਵਿੱਚ ਗੁਰਦੁਆਰਾ ਸਾਹਿਬ 'ਚ 9 ਨਿਧੀਆਂ ਸਤਿਗੁਰ ਜੀ ਦੇ ਘਰ ਵਿੱਚ ਤਾਂ ਵਸਦੀਆਂ ਹੀ ਹੈ। ਮਹਾਰਾਜ ਤੇ ਮਾਲਕ ਹੈ। ਜਿਹੜੇ ਗੁਰੂ ਹਰਿ ਰਾਏ ਮਹਾਰਾਜ ਨੂੰ ਧਿਆਉਂਦੇ, ਉਹਨਾਂ ਪਾਸ ਵੀ 9 ਨਿਧੀਆਂ ਆ ਜਾਂਦੀਆਂ। ਅਸਣ ਕਹੀਏ ਹਰ ਪ੍ਰਕਾਰ ਦੇ ਜਿਹੜੇ ਭੋਜਨ ਹੈ ਸਦਾ ਹੀ ਆ ਜਾਣੇ। ਫਿਰ ਐਸੀ ਸ਼ਕਤੀ ਵੀ ਆ ਜਾਣੀ ਵੀ ਜੇ ਥੋੜ੍ਹਾ ਭੋਜਨ ਹੈ ਨਾ ਅਤੇ ਉਹਨੂੰ ਵਰਤਾਈ ਜਾਣਾ ਅਤੇ ਮੁੱਕਣਾ ਹੀ ਨਾ। ਇਹ ਅਸਣ ਨਿਧੀ ਹੈ, ਖਜ਼ਾਨਾ। ਬਸਣ ਹਰ ਪ੍ਰਕਾਰ ਦੇ ਜਿਹੜੇ ਵਸਤਰ ਆ ਜਾਣੇ। ਬੇਅੰਤੀ ਜਿਹੜੇ ਸੰਤ ਮਹੰਤ ਹੁੰਦੇ, ਉਹਨਾਂ ਨੂੰ ਲੋਕ ਵੇਖੋ ਕਿੰਨੇ ਉਹ ਦਿੰਦੇ ਆ ਨਾ। ਆਹ ਸੰਤ ਮਹਾਰਾਜ ਤੁਹਾਡੇ ਵਾਸਤੇ ਵਸਤਰ ਲਿਆਂਦੇ ਆ, ਆਹ ਕੱਪੜਾ ਲਿਆਂਦਾ ਤੁਹਾਡੇ ਵਾਸਤੇ। ਕਿੰਨੇ ਮਤਲਬ ਕਿੰਨੀ ਸੰਗਤ ਜਾਂਦੀ ਅਤੇ ਕਿੰਨੇ ਚੜ੍ਹਾਈ ਜਾਂਦੇ ਹੈ। ਉਹ ਕੀ ਹੈ, ਨਾਮ ਜਪਣੇ ਕਰਕੇ ਇੱਕ ਨਿਧੀ ਹੈ ਜਿਹੜੀ ਆਈ, ਨਿਧੀ ਕਰਕੇ ਉਹ ਬਸਣ ਨਿਧੀ ਹੈ, ਤੋਂ ਵਸਤਰ ਪ੍ਰਾਪਤ ਹੋਈ ਜਾਂਦੇ ਹੈ। ਫਿਰ ਭੂ ਕਹੀਦਾ ਜ਼ਮੀਨ ਨੂੰ। ਫਿਰ ਜ਼ਮੀਨ ਬੜੀ ਆ ਜਾਂਦੀ ਹੈ। ਆ ਡੇਰਿਆਂ ਦੇ ਨਾਂ 'ਤੇ ਵੇਖੋ ਲੋਕਾਂ ਨੇ, ਸੰਤਾਂ ਜਿਹੜਾ ਕਮਾਈ ਵਾਲੇ, ਉਹਨਾਂ ਦੇ ਨਾਂ 'ਤੇ ਕਿੰਨੀ ਜ਼ਮੀਨਾਂ ਕੀਤੀਆਂ ਹੋਈਆਂ। ਬਾਬਾ ਜੀ ਆ ਸਾਡਾ ਵੀ ਪਲਾਟ ਆ, ਤੁਸੀਂ ਲੈ ਲਓ। ਆਪ ਵੀ ਕਈ ਲਿਖ ਕੇ ਦੇ ਆਉਂਦੇ ਆ। ਜਿਵੇਂ ਵਿਧੀ ਚੰਦੀਏ ਬਾਬੇ ਹੈ, ਉਹਨਾਂ ਦੀ ਵੇਖੋ ਹਜ਼ੂਰ ਸਾਹਿਬ ਚਲੇ ਜਾਓ, ਬੁੱਢਾ ਦਲ ਦੇ ਜਥੇਦਾਰਾਂ ਦੀ ਜ਼ਮੀਨ ਵੇਖੋ, ਦਮਦਮੀ ਟਕਸਾਲ ਦੀ ਜ਼ਮੀਨ ਵੇਖੋ। ਮਤਲਬ ਜਿਹੜੀਆਂ ਜਥੇਬੰਦੀਆਂ ਸੰਤਾਂ ਮਹੰਤਾਂ ਦੀ ਕਿੰਨੀਆਂ ਜ਼ਮੀਨਾਂ। ਇਹ ਨਿਧੀ ਹੈ। ਇੱਕ ਨਾਮ ਜਪਣੇ ਕਰਕੇ ਪ੍ਰਾਪਤ ਹੁੰਦੀ ਭੂ ਨਾਮ ਜ਼ਮੀਨ ਦਾ, ਆਹ ਜ਼ਮੀਨ ਪ੍ਰਾਪਤ ਹੋ ਜਾਣੀ। ਕਣਕ ਫਿਰ ਸੋਨਾ ਬੜਾ ਆ ਜਾਣਾ। ਅਤੇ ਉਹ ਸੇਵਾ ਚੱਲਦੀ ਹੈ ਨਾ, ਅਤੇ ਉਹ ਗੁਰਦੁਆਰਾ ਸਾਹਿਬ 'ਚ ਕਾਰ ਸੇਵਾ, ਉਹ ਟੋਕਰਾ ਲਾਇਆ ਹੁੰਦਾ ਵੀ ਸੋਨੇ ਦੀ ਸੇਵਾ ਚੱਲ ਰਹੀ, ਕਿ ਜੇ ਕਿਸੇ ਨੇ ਕਰਾਉਣੀ ਹੋਵੇ ਤਾਂ ਉਹ ਕਰਦੇ। ਅਤੇ ਕਿੰਨੇ ਲੋਕ ਕਈ ਆਪਣੇ ਇਹੋ ਜਿਹੇ ਵੀ ਸ਼ਰਧਾਲੂ ਹੈਗੇ ਜਿਹੜੇ ਉਹ ਲੰਘਦਿਆਂ ਪੜ੍ਹ ਕੇ ਆਪਣੀਆਂ ਜਿਹੜੀਆਂ ਛਾਪਾਂ ਲਾ ਕੇ ਟੋਕਰੇ 'ਚ ਰੱਖ ਦਿੰਦੇ ਆ। ਕਈ ਮਾਈਆਂ ਜਿਹੜੇ ਟੌਪਸ ਪਾਏ ਹੁੰਦੇ ਇਤਿਆਦਿ ਲਾ ਦਿੰਦੇ। ਜਿਨ੍ਹਾਂ ਕੋਲ ਮਾਇਆ ਹੈ, ਉਹ ਨਿਧੀ ਦਾ ਕਮਾਲ ਹੈ। ਇਵੇਂ ਕਣਕ ਸੋਨਾ ਬੜਾ ਆ ਜਾਣਾ। ਫਿਰ ਅਰਦਾਸੀ, ਫਿਰ ਦਾਸੀਆਂ ਆ ਜਾਣੀਆਂ, ਭਾਵ ਸੇਵਾਦਾਰਨੀਆਂ। ਵੀ ਡੇਰੇ ਵਿੱਚ ਉਹ ਸੇਵਾ ਕਰਦੀਆਂ, ਮਤਲਬ ਸੇਵਾ ਕਰੀ ਜਾਣੀ, ਸਾਰਾ ਦਿਨ ਲੈਣਾ ਕੁਝ ਨਹੀਂ, ਅਤੇ ਇੱਦਾਂ ਹੀ ਸੇਵਾ ਕਰਕੇ ਚਲੇ ਜਾਣਾ। ਸੇਵਾ ਵਾਸਤੇ ਦਾਸੀਆਂ। ਫਿਰ ਜਿਹੜੇ ਚੌਬਦਾਰ ਹੁੰਦੇ ਆ, ਪਹਿਰੇਦਾਰ। ਜਦੋਂ ਕੋਈ ਸੰਤ ਮਹੰਤ ਵੇਖੋ ਜਾਂਦਾ ਹੈ ਨਾ ਕਿਤੇ, ਕਿ ਬੁਲਾ ਲੈਂਦਾ ਵੀ ਸੰਤ ਜੀ ਸਾਡੇ ਪਿੰਡ ਆ ਕੇ ਕਥਾ ਕਰਨੀ ਤੁਸੀਂ, ਉਹ ਪਿੰਡ ਵਾਲੇ ਅੱਗੇ ਹੋ ਕੇ ਅਤੇ ਉਹ ਦੂਜਿਆਂ ਨੂੰ ਪਰੇ ਕਰਦੇ, ਚੌਬਦਾਰੀ ਕਰਦੇ। ਉਹ ਸਾਰਾ ਗੁਰੂ ਦੇ ਨਾਮ 'ਤੇ ਨਿਧੀ ਦਾ ਕਮਾਲ ਹੈ ਵੀ ਨਿਧੀ ਪ੍ਰਾਪਤ ਹੈ ਸੰਤਾਂ ਦੀ ਹਜ਼ੂਰੀ ਵਿੱਚ। ਫਿਰ ਗੁਲਾਮ ਆ ਜਾਣੇ। 24 ਘੰਟੇ ਗੁਲਾਮ ਕਿਹਨੂੰ ਕਹੀਦਾ? ਇੱਕ ਤਾਂ ਹੁੰਦਾ ਨਾ ਨੌਕਰੀ ਕਰਨ ਵਾਲਾ, ਅਤੇ ਉਹ ਪੈਸਾ ਧੇਲਾ ਗਰਾਉਂਦਾ ਲੈਂਦਾ ਨੌਕਰੀ ਮਹੀਨੇ ਬਾਅਦ। ਇੱਕ ਉਹ ਗੁਲਾਮ ਹੈ ਜਿਹੜੇ ਬਸ ਪ੍ਰਸ਼ਾਦੇ 'ਤੇ ਰਹਿੰਦੇ, ਭਾਵ ਪ੍ਰਸ਼ਾਦਾ ਛਕਣਾ ਅਤੇ 24 ਘੰਟੇ ਹੀ ਸੇਵਾ ਕਰਨੀ। ਉਹ ਗੁਲਾਮ ਆ ਜਾਣੇ। ਜਿਵੇਂ ਕਹਿੰਦੇ ਨਾ ਵੀ ਆ ਵਿਚਾਰਾ ਕੋਈ ਫੜਿਆ ਹੋਵੇ ਨਾ ਜੇਲ੍ਹ ਜਾਲ 'ਚ, ਉਹਨੂੰ ਗੁਲਾਮ ਹੁੰਦਾ ਨਾ, ਉਹ ਰੋਟੀ ਦਿੰਦੇ ਆ ਅਤੇ ਉਹ ਕੰਮ ਪੱਥਰ ਤੜਵਾਉਂਦੇ ਅਤੇ ਕਈ ਕੁਝ ਕਰਾਉਂਦੇ ਆ ਥਾਣੇ ਵਿੱਚ, ਉਹ ਗੁਲਾਮ ਹੁੰਦਾ। ਇਵੇਂ ਗੁਲਾਮ ਆ ਜਾਣੇ, ਭਾਵ ਸੰਤਾਂ ਪਾਸ ਪ੍ਰਸ਼ਾਦਾ ਛਕਣਾ ਅਤੇ ਕਿਤੇ ਪੈਸਾ ਨਾ ਮੰਗਣਾ ਅਤੇ ਸੇਵਾ ਕਰੀ ਜਾਣੀ। ਇਵੇਂ ਗੁਲਾਮ ਆ ਜਾਂਦੇ। ਇਹ ਇੱਕ ਨਿਧੀ ਹੈ। ਇੱਕ ਰਥਵਾਹੇ ਆ ਜਾਣੇ। ਰਥਵਾਹੇ ਪਹਿਲਾਂ ਹੁੰਦੇ ਸੀ ਜਿਹਦੇ ਅੱਗੇ ਘੋੜੇ ਜੁੱਤੇ ਹੁੰਦੇ ਸੀ,
ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਨਾਲ ਰਥਵਾਹੇ ਬੜਾ ਕੀ ਸੰਤਾਂ ਕੋਲ ਜਿਹੜੀਆਂ ਗੱਡੀਆਂ ਹੈ, ਕਿਹੜੀਆਂ ਕਿਹੜੀਆਂ ਗੱਡੀਆਂ ਵੱਡੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਲਈ ਫਿਰਦੇ ਹੈ। ਉਹ ਬਸ ਨਾਮ ਦਾ ਹੀ ਕਾਰਨ ਹੈ ਵੀ ਸਾਰੇ ਦੁਨੀਆ ਕਹਿੰਦੀ ਵੀ ਨਾਮ ਜਪਦੇ ਆ, ਅਤੇ ਕਈ ਦੇ ਆਪ ਹੀ ਸਾਧ ਸੰਗਤ ਜੀ ਆ ਕਰੋੜ ਕਰੋੜ ਦੀ ਗੱਡੀ ਕਈਆਂ ਨੇ ਦਿੱਤੀ ਹੋਈ ਹੈ ਭੇਟਾ ਵਿੱਚ ਹੀ। ਇਵੇਂ ਉਹ ਸਿੱਧੀ ਆ ਜਾਣੀ, ਨਿੱਧੀ ਆ ਜਾਣੀ ਰਥਵਾਹੇ, ਭਾਵ ਅੱਜ ਕੱਲ੍ਹ ਦੇ ਹਿਸਾਬ ਨਾਲ ਗੱਡੀਆਂ ਆ ਜਾਣੀਆਂ। ਫਿਰ ਹੰਢਾਏ ਜਿਹੜੀਆਂ ਆਕਾਸ਼ 'ਚ ਉੱਡਣ ਵਾਲੀਆਂ ਸਵਾਰੀਆਂ, ਆਕਾਸ਼ 'ਚ ਉੱਡਣ ਵਾਲੀਆਂ ਅਤੇ ਧਰਤੀ 'ਤੇ ਚੱਲਣ ਵਾਲੀਆਂ। ਧਰਤੀ 'ਤੇ ਚੱਲਣ ਵਾਲੀਆਂ ਤੇ ਸਵਾਰੀਆਂ ਹੋ ਗਈਆਂ ਗੱਡੀਆਂ, ਅਤੇ ਆਕਾਸ਼ 'ਤੇ ਜਿਹੜੀਆਂ ਉੱਡਣ ਵਾਲੀਆਂ ਸਵਾਰੀਆਂ ਪਹਿਲਾਂ ਸੀ ਵਿਮਾਨ। ਹੁਣ ਅੱਜ ਕੱਲ੍ਹ ਦੇ ਹਿਸਾਬ ਨਾਲ ਹੈਲੀਕਾਪਟਰ, ਜਹਾਜ਼ ਆਦਿਕ ਜਦੋਂ ਮਰਜ਼ੀ ਜਾਂਦੇ, ਕਨੇਡਾ ਅਮੈਰੀਕਾ ਜਦੋਂ ਮਰਜ਼ੀ ਵਾਪਸ ਆ ਜਾਂਦੇ ਆ। ਇਵੇਂ ਉਹ 9 ਨਿਧੀਆਂ ਜਿਹੜੀਆਂ ਹੈ ਸੌਖੀਆਂ ਕਰਕੇ ਲਿਖੀਆਂ ਗੁਰਮੁਖ ਪ੍ਰਕਾਸ਼ 'ਚ ਕਿ ਆਸਨ ਬਸਨ ਭੂ ਕਨਕ ਅਰਦਾਸੀ ਚੋਬ ਗੁਲਾਮ ਰਥਵਾਹੇ ਹੰਢਾਏ। ਇਹ ਜਿਹੜੀਆਂ ਰਥਵਾਏ ਅਤੇ ਹੰਢਵਾਏ ਜੇ ਨਵ ਨਿਧ ਕੇ ਨਾਮ, ਇਹ 9 ਨਿਧੀਆਂ ਦੇ ਖਜ਼ਾਨੇ ਆ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਤਾਂ ਹੈ ਨਾ ਸੁਖਾਲੀਆਂ ਕਰਕੇ ਲਿਖੀਆਂ, ਅਤੇ ਕੁਝ ਜਿਹੜੇ ਸ਼ਾਸਤਰ ਵਿਧੀ ਨਾਲ ਲਿਖੀਆਂ ਹੋਈਆਂ ਸ਼ਾਸਤਰਾਂ ਵਿੱਚ ਉਹ ਇਵੇਂ ਹੈ, ਉਹਨਾਂ ਦਾ ਥੋੜ੍ਹਾ ਜ਼ਿਕਰ ਥੋੜ੍ਹਾ ਕਠਿਨ ਹੈ ਕਿ ਪਦਮ ਮਕਰ ਮਹਾਪਦਮ ਪਦਮ ਹੈ, ਕਸ਼ਪ ਕੁੰਦ ਮੁਕੰਦ ਨੀਲ ਖਰਬ ਸੰਖ ਨਵਨਿਧ ਦਾਤਾ ਹਰ ਬਖਸ਼ੰਦ। ਇਹ 9 ਨਿਧੀਆਂ। ਪਦਮ ਮਤਲਬ ਸੋਨਾ ਚਾਂਦੀ ਬਹੁਤ ਆ ਜਾਣਾ, ਇਹ ਨਿਧੀ। ਮਹਾਪਦਮ ਹੀਰੇ ਜਵਾਹਰਾਤ ਲਾਲ, ਇਹ ਆ ਜਾਣੇ। ਅਤੇ ਮਕਰ ਕਹੀਏ ਜਿਹੜੀ ਸ਼ਾਸਤਰੀ ਵਿੱਦਿਆ, ਭਾਵ ਹਰ ਇੱਕ ਗ੍ਰੰਥ ਦੀ ਵਿੱਦਿਆ ਪ੍ਰਾਪਤ ਹੋ ਜਾਣੀ, ਆ ਜਾਣੀ, ਅਤੇ ਉਹਦੇ ਨਾਲ ਮਾਣ ਸਤਿਕਾਰ ਵੀ ਮਿਲਣਾ, ਇਹ ਮਕਰ ਨਿਧੀ ਹੈ। ਫਿਰ ਕੱਛਪ, ਕੱਛਪ ਨਿਧੀ ਕਿਹੜੀ ਹੈ? ਕੱਪੜੇ ਦਾਣੇ ਦੀ ਸੌਦਾਗਰੀ ਕਰਨੀ, ਭਾਵ ਕੱਪੜਾ ਦਾਣਾ ਇੰਨਾ ਹੋਣਾ ਦਾ ਵਪਾਰ ਕਰਨਾ, ਇਹ ਨਿਧੀ ਆ ਜਾਣੀ। ਮੁਕੰਦ ਰਾਗ ਆਦਿ ਕੋਮਲ ਹੁਨਰ ਜਿਹੜੇ ਸਿੱਖ ਲੈਣੇ, ਇਹ ਪ੍ਰਾਪਤ ਹੋ ਜਾਣੇ। ਵੀ ਜਿਵੇਂ ਰਾਗੀ ਕੋਈ ਕੀਰਤਨ ਕਰੇ ਤੋ ਬੜਾ ਮਿੱਠਾ ਕੀਰਤਨ ਕਰੇ, ਹਰ ਹੁਨਰ ਜਿਹੜਾ ਵੀ ਸਿੱਖ ਲਵੇ ਝੱਟ ਹੀ ਬੰਦਾ ਸਮਝ ਲਓ ਵੀ ਉਹਦੇ ਕੋਲ ਨਿਧੀ ਆਈ ਹੈ ਮੁਕੰਦ। ਇਸੇ ਤਰ੍ਹਾਂ ਹੀ ਕੁੰਦ ਸੋਨੇ ਦੀ ਸੌਦਾਗਰੀ, ਭਾਵ ਸੋਨੇ ਦਾ ਵਪਾਰ ਕਰਨਾ, ਇਹ ਨਿਧੀ ਪ੍ਰਾਪਤ ਹੋ ਜਾਣੀ ਜਿਹਦਾ ਨਾਮ ਕੁੰਦ ਹੈ। ਫਿਰ ਨੀਲ ਜਿਹੜੇ ਮੋਤੀ ਹੈ, ਸੁੱਚੇ ਮੋਤੀ ਬੜੇ ਕੀਮਤੀ, ਇਹਨਾਂ ਦੀ ਸੌਦਾਗਰੀ ਕਰਨੀ, ਸੌਦਾਗਰੀ ਮਤਲਬ ਵਪਾਰ ਕਰਨਾ, ਇਹ ਨਿਧੀ ਆ ਜਾਣੀ। ਖਰਬ ਇਹ ਕੁਬੇਰ ਦੀ ਇੱਕ ਨਿਧੀ ਹੈ ਜੋ ਦੇਵਤਾ 9 ਨਿਧੀਆਂ ਦਾ ਮੰਨਿਆ ਜਿਹਨੂੰ ਖਰਬ ਕਹੀਦਾ। ਜਿਵੇਂ ਇੱਕ ਹੁੰਦਾ ਕਰੋੜ, 10 ਕਰੋੜ ਹੋ ਜੇ ਤੇ ਹੋ ਗਿਆ ਅਰਬ, 10 ਅਰਬ ਹੋ ਜੇ ਹੋ ਗਿਆ ਖਰਬ, ਇਵੇਂ ਖਰਬਾਂ ਹੀ ਮਾਇਆ ਆ ਜਾਣੀ। ਅਤੇ ਸੰਖ ਨਿਧੀ ਜਿਹੜੀ ਸੋਹਣੇ ਖਾਣੇ ਅਤੇ ਕੱਪੜੇ ਇਤਿਆਦਿਕ ਸਭ ਚੀਜ਼ਾਂ ਦੀ ਪ੍ਰਾਪਤੀ ਹੋ ਜਾਣੀ, ਇਹ ਮਿਲ ਜਾਣੀ ਹੈ। ਇਹ 9 ਨਿਧੀਆਂ ਹੈ, ਇਹ ਕੋਈ ਐਵੇਂ ਨਹੀਂ ਹੈ। ਗੁਰਬਾਣੀ ਦੇ ਬਚਨ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਿਸਾਏ। ਜਿਹੜੇ ਹਰੀ ਦਾ ਨਾਮ ਹਿਰਦੇ 'ਚ ਵਸਾਉਂਦੇ ਹੈ, 9 ਨਿਧੀਆਂ ਜਿਹੜੀਆਂ ਆਪ ਜੀ ਨੂੰ ਹੁਣੇ ਸਰਵਣ ਕਰਾਈਆਂ ਹੈ, ਅਤੇ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਵੀ ਸਾਨੂੰ ਗ੍ਰਹਿਣ ਕਰ ਲਓ, ਅਤੇ ਗੁਰੂ ਕੇ ਸਿੱਖ ਗ੍ਰਹਿਣ ਹੀ ਨਹੀਂ ਕਰਦੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੀਆਂ ਰਿੱਧੀਆਂ ਅਤੇ ਸਿੱਧੀਆਂ, ਰਿੱਧੀਆਂ ਹੁੰਦੀਆਂ ਵੀ ਪਦਾਰਥ ਮਿਲ ਜਾਣੇ, ਸਿੱਧੀਆਂ ਹੁੰਦੀਆਂ ਸ਼ਕਤੀਆਂ ਮਿਲ ਜਾਣੀਆਂ। 8 ਤੇ ਹੈਗੀਆਂ ਮੁੱਖ, ਉਹ ਡਾਕਟਰ ਵੀਰ ਸਿੰਘ ਜੀ ਨੇ ਪੋਥੀ ਵਿੱਚ ਵੀ ਇੱਥੇ ਲਿਖੀਆਂ ਹੈ ਕਿ ਅਣਮਾ ਮਹਿਮਾ ਲਗਮਾ ਪ੍ਰਾਪਤੀ ਪ੍ਰਕਾਮੈ ਸੱਤਾ ਸਿੱਧੀ, ਇਸੇ ਤਰ੍ਹਾਂ ਬਸਤਾ, ਫਿਰ ਗਰਮਾ ਸਿੱਧੀ, ਫਿਰ ਅਨੂਪੀ ਭਾਵ ਅਨਰੂਪੀ ਜਾਂ ਅਨੂਰਮੀ, ਇਹਦੇ 3 ਨਾਂ ਲੈ ਦਿੰਦੇ ਆ। ਫਿਰ ਜਿਹੜਾ ਦੂਰਦਰਸ਼ਨ ਕਰ ਲੈਣਾ, ਫਿਰ ਇੱਕ ਹੈਗਾ ਹੈ ਦੂਰ ਸਰਵਣ, ਫਿਰ ਮਨੋਵੇਗ,
ਕਾਮ ਰੂਪ ਪ੍ਰਕਾਏ ਪ੍ਰਵੇਸ਼ ਸਵੈ ਛੰਦ ਮ੍ਰਿਤੂ ਸੁਰ ਕਰੀੜਾ ਦਰਸ਼ਨ ਸੰਕਲਪ ਅਪਰਹਿਤ ਗਤ। ਇਹ 18 ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ, ਇਹਨਾਂ ਵਿੱਚ 8 ਦੇ ਮੁੱਖ ਹੈ। ਅਣਮਾ, ਮਹਿਮਾ, ਲਗਮਾ, ਗਰਮਾ, ਪ੍ਰਾਪਤੀ, ਪ੍ਰਕਾਮੈ, ਈਸ਼ਤਾ, ਵਸਤਾ। ਇਹ 8 ਮੁੱਖ ਹੈ। 10 ਗੌਣ ਮੰਨੀਆਂ, 18 ਰਿੱਧੀਆਂ ਹੈ। ਲਗਮਾ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਅਤੇ ਲਗਮਾ ਸਭ ਤੋਂ ਪਹਿਲੀ ਹੈ ਸਿੱਧੀ ਜਿਹੜੀ ਅਣਮਾ। ਅਣਮਾ ਸਿੱਧੀ ਦਾ ਕੀ ਮਤਲਬ ਹੈ? ਜਿੱਦਾਂ ਕਿ ਮਨੁੱਖ ਹੈ ਸਾਡੇ ਜਿੱਡਾ, ਵੇਖੋ 6-7 ਫੁੱਟ ਦਾ, ਅਤੇ ਐ ਨਾ ਅਣੂ ਵਾਂਗ ਹੋ ਜਾਣਾ, ਇੰਨੇ ਸੂਖਮ ਹੋ ਜਾਣਾ ਉਹ ਸਿੱਧੀ ਸ਼ਕਤੀ ਨਾਲ ਵੀ ਦਿਖੇ ਹੀ ਨਾ, ਪਤਾ ਹੀ ਨਾ ਲੱਗਣਾ, ਭਾਵੇਂ ਸਾਹਮਣੇ ਆ ਪੈਰ ਦੇ ਥੱਲੇ ਤੁਰਿਆ ਫਿਰੇ ਤੇ ਦਿਖੇ ਹੀ ਨਾ, ਵੀ ਇੰਨਾ ਸੂਖਮ ਹੋ ਜਾਣਾ, ਅੱਖਾਂ ਨਾਲ ਉਹ ਦਿਖੇ ਹੀ ਨਾ। ਉਹ ਹੈਗੀ ਹੈ ਅਣਮਾ, ਅਣੂ ਵਾਂਗ ਜਿਹੜਾ ਛੋਟੇ ਸੂਖਮ ਹੋ ਜਾਣਾ, ਬਰੀਕ ਜੇ। ਦੂਸਰੀ ਹੈ ਮਹਿਮਾ। ਮਹਿਮਾ ਸਿੱਧੀ ਮਤਲਬ ਐਡਾ ਵੱਡਾ ਆਪਣਾ ਆਕਾਰ ਕਰ ਲੈਣਾ, ਜਿਵੇਂ ਕਿ 52 ਅਵਤਾਰ ਜੀ ਨੇ ਕੀਤਾ ਸੀ ਨਾ ਬਲਰਾਜ ਜੀ ਨੂੰ। ਜਦੋਂ ਬਲਰਾਜ ਜੀ ਨੇ ਕਿਹਾ ਸੀ ਮਹਾਰਾਜ 2.5 ਕਰਮਾ ਲੈ ਲਓ, ਅਤੇ 52 ਅਵਤਾਰ ਨੇ ਕੀਤਾ ਸੀ ਉਸ ਵਕਤ। ਉਂਝ ਤੇ ਸੀ ਉਹ 52 ਉਂਗਲਾਂ ਦੀ, ਜਿਵੇਂ 52 ਚੰਦਨ ਹੁੰਦੀ ਨਾ, ਐਵੇਂ 13 ਚੌਕ 52 ਵੀ 13 ਕੁ ਚੱਪਿਆਂ ਦੇ ਸੀ ਉਂਝ ਉਹ 52 ਅਵਤਾਰ। ਜਦੋਂ 2.5 ਕਰਮਾ ਉਹ ਕਿਹਾ ਵੀ ਤੂੰ ਮਿਲ ਲਓ ਬ੍ਰਾਹਮਣ ਜੀ, ਬਲਰਾਜ ਜੀ ਨੇ ਕਿਹਾ, ਅਤੇ ਉਸ ਵਕਤ ਵਿਸ਼ਨੂੰ ਭਗਵਾਨ ਨੇ 52 ਰੂਪ 'ਚ ਜੋ ਆਏ ਸੀ, ਅਤੇ ਮਹਿਮਾ ਸਿੱਧੀ ਨਾਲ ਭਾਵ ਐਡਾ ਵੱਡਾ ਸਰੀਰ ਕਰ ਲਿਆ ਵੀ ਜਿਹੜੇ ਚਰਨ ਧਰਤੀ ਦੇ, ਅਤੇ ਸੀਸ ਜਿਹੜਾ ਸਿਰ ਉਹ ਕਾਸ਼ ਨੂੰ ਲਾ ਦਿੱਤਾ, ਭਾਵ ਥੱਲਿਓਂ ਲੈ ਕੇ ਧਰਤੀ ਤੋਂ ਤੇ ਰੱਬ ਜਿੱਡਾ ਸਰੀਰ ਬਣਾ ਲੈਣਾ, ਜਿੱਡੀ ਮਤਲਬ ਆਪਣੀ ਇੱਛਾ ਹੈ ਵੀ ਮੈਂ 5 ਮੰਜ਼ਲੀ ਸਰੀਰ ਕਰ ਲਾਂ, 20 ਮੰਜ਼ਲੀ ਕਰ ਲਾਂ, ਦੇਹ ਵਧਾ ਲੈਣੀ। ਇਹ ਮਹਿਮਾ ਸਿੱਧੀ ਹੈ। ਫਿਰ ਲਗਮਾ ਜਿਹੜੀ ਸਿੱਧੀ ਉਹ ਇਵੇਂ ਹੋ ਜਾਣਾ, ਜਿਵੇਂ ਹੁਣ 80-90 ਕਿਲੋ ਭਾਰ ਹੈ ਸਾਡਾ, ਅਤੇ ਐਸਾ ਭਾਰ ਕਰ ਲੈਣਾ ਵੀ ਰੂੰ ਵਾਂਗ ਹੌਲੇ ਹੋ ਜਾਣਾ, ਜਿਵੇਂ ਰੂੰ ਹੁੰਦਾ ਨਾ, ਅਤੇ ਚੁੱਕੀ ਫਿਰਦੇ ਝੱਟ ਹੀ ਉਹ ਬੋਰੀਆਂ 'ਤੇ ਬੋਰੀਆਂ ਕਈ, ਐਵੇਂ ਰੂੰ ਵਾਂਗ ਹਲਕੇ ਹੋ ਜਾਣਾ। ਇਹ ਹੈਗੀ ਹੈ ਲਗਮਾ ਸਿੱਧੀ। ਚੌਥੀ ਹੈਗੀ ਹੈ, ਇੱਥੇ ਕਵੀ ਜੀ ਨੇ ਪ੍ਰਾਪਤੀ ਲਿਖਿਆ, ਜੇ ਲਗਮਾ ਤੋਂ ਬਾਅਦ ਗਰਮਾ ਆ ਜਾਂਦੀ ਹੈ, ਪ੍ਰਾਪਤੀ ਫਿਰ ਆ ਜਾਣੀ। ਚੌਥੀ ਸਿੱਧੀ ਮਾਨੋ ਵੀ ਪ੍ਰਾਪਤੀ। ਉਹ ਕੈਸੀ ਸ਼ਕਤੀ ਹੈ, ਜਿਹੜੀ ਇੱਛਾ ਕਰਨੀ, ਆਹ ਕੱਪੜਾ ਮਿਲ ਜੇ ਮੈਨੂੰ, ਅਤੇ ਆਹ ਮਤਲਬ ਪ੍ਰਾਪਤੀ, ਜਿਹੜੀ ਇੱਛਾ ਕਰਨੀ ਮੈਂ ਆਹ ਖਾਣਾ, ਉਸੇ ਵੇਲੇ ਉਹ ਪ੍ਰਗਟ ਕਰ ਲੈਣਾ, ਪ੍ਰਾਪਤ ਕਰ ਲੈਣਾ, ਪ੍ਰਾਪਤੀ ਹੋ ਜਾਣੀ। ਇਹ ਪ੍ਰਾਪਤੀ ਸਿੱਧੀ। ਅਤੇ ਪ੍ਰਕਾਮੈ ਸਿੱਧੀ ਕੀ ਆ ਵੀ ਦੂਜੇ ਦੇ ਪਰਾਇਆਂ ਦੀ ਕਾਮਨਾ ਜਾਣ ਲੈਣੀ। ਜਿੱਦਾਂ ਕਈ ਸੰਤ ਮਹੰਤ ਕਹਿ ਦਿੰਦੇ ਨਾ, ਲੈ ਵੀ ਹਾਂ ਪੁਰਖਾ ਤੇਰੀ ਆਹ ਕਾਮਨਾ ਹੈ, ਅਸੀਂ ਕਹਿੰਦੇ ਵੀ ਬੜੀ ਕਿਰਪਾ ਹੈ, ਇਹਦੇ ਦੱਸ ਦਿੱਤਾ ਬਾਬੇ ਅੰਤਰਜਾਮੀ ਹੈ। ਉਹ ਇੱਕ ਸਿੱਧੀ ਹੈ। ਪਰ ਕਾਮੈ ਪਰਾਏ ਦੀ ਕਾਮਨਾ ਇੱਛਾ ਜਾਣ ਲੈਣੀ। ਅਤੇ ਸ੍ਰੀ ਗੁਰਮਤਿ ਨਿਰਣੈ ਸਾਗਰ ਵਿੱਚ ਐਵੇਂ ਲਿਖਿਆ, ਥੋੜ੍ਹਾ ਇਹ ਪ੍ਰਕਾਰ ਮੈਂ ਲਿਖਿਆ ਉਹਦਾ ਨਾਮ ਸਿੱਧੀ ਦਾ, ਇਹ ਪ੍ਰਕਾਮੇ ਇੱਥੇ ਆਇਆ, ਉਹਦਾ ਲਿਖਿਆ ਪ੍ਰਕਾਰਮੈ। ਕਈ ਗ੍ਰੰਥਾਂ 'ਚ ਵੀ ਐਵੇਂ ਲਿਖਿਆ ਮਿਲਦਾ। ਪ੍ਰਕਾਰਮੈ ਦਾ ਮਤਲਬ ਵੀ ਆਪਣੀ ਇੱਛਾ ਅਨੁਸਾਰ ਹੀ ਸਾਧ ਸੰਗਤ ਜੀ, ਜਿਵੇਂ ਧਰਤੀ 'ਚ ਜਲ ਪ੍ਰਵੇਸ਼ ਹੋ ਜਾਂਦਾ ਨਾ, ਇਵੇਂ ਧਰਤੀ 'ਚ ਐਵੇਂ ਸਮਾ ਜਾਣਾ, ਇੱਦਾਂ ਲੀਨ ਹੋ ਜਾਣਾ, ਗੁਪਤ ਹੋ ਜਾਣਾ, ਅਤੇ ਫਿਰ ਮਰਜ਼ੀ ਨੇ ਪ੍ਰਗਟ ਹੋ ਜਾਣਾ। ਇਹ ਹੈਗੀ ਹੈ ਪ੍ਰਕਾਰਮੈ ਸਿੱਧੀ। ਅਤੇ ਜੇ ਪ੍ਰਕਾਮੇ ਕਹਾਂਗੇ ਤਾਂ ਸਿੱਧਾ ਜਾ ਕੇ ਜਿਵੇਂ ਪਰਾਇਆਂ ਦੀ ਇੱਛਾ ਜਾਣ ਲੈਣੀ, ਵੀ ਤੇਰੀ ਕੀ ਇੱਛਾ ਹੈ। ਐਵੇਂ ਸਾਹਮਣੇ ਕੋਈ ਆ ਜਾਏ, ਤੇਰੇ ਮਨ 'ਚ ਆਹ ਗੱਲ ਚੱਲ ਰਹੀ, ਤੇਰੀ ਆਹ ਇੱਛਾ ਹੈ ਨਾ, ਉਹ ਸੁਣ ਕੇ ਹੈਰਾਨ ਹੋ ਜੇ। ਇਹ ਪ੍ਰਕਾਮੇ ਸਿੱਧੀ ਹੈ। ਫਿਰ ਸੱਤਾ ਸਿੱਧੀ ਕਹਿ ਦਿੰਦੇ ਕਈ, ਈਸ਼ਤਾ ਸਿੱਧੀ, ਭਾਵ ਈਸ਼ਤਾ ਜਿਹੜੀ ਸਿੱਧੀ ਹੈ,
ਆਪਣੀ ਇੱਛਾ ਅਨੁਸਾਰ ਸਭ ਨੂੰ ਕਰ ਲੈਣਾ, ਆਪਣੀ ਇੱਛਾ ਅਨੁਸਾਰ ਸਾਰਿਆਂ ਨੂੰ ਚਲਾ ਲੈਣਾ। ਜਿੱਦਾਂ 20 ਜਾਣੇ ਚੱਲ ਰਹੇ ਨਾ ਇੱਧਰ ਵੀ ਮੈਂ ਰਾਜਾ ਸਾਂਸੀ ਚੱਲਿਆ ਹਾਂ, ਤੋ ਜਿਹ 'ਚ ਸਿੱਧੀ ਉਹ ਕਵੇ ਵੀ ਨਹੀਂ ਅੰਮ੍ਰਿਤਸਰ ਜਾਣਾ ਹੈ, 20 ਦੇ 20 ਮਗਰ ਲਾ ਲੈਣੇ। ਐਵੇਂ ਆਪਣੀ ਇੱਛਾ ਅਨੁਸਾਰ ਦੂਜਿਆਂ ਨੂੰ ਪਿੱਛੇ ਲਾ ਲੈਣਾ। ਦੂਸਰੀ ਉਹ ਤੋਂ ਅਗਲੀ ਹੈ ਵਸਤਾ। ਵਸਤਾ ਭਾਵ ਵਸ ਕਰ ਲੈਣਾ, ਦੂਜਿਆਂ ਨੂੰ ਆਪਣੇ ਵਸ ਕਰ ਲੈਣਾ। ਮਤਲਬ ਉਹ ਸਿੱਧੀ ਦਾ ਕਮਾਲ ਹੁੰਦਾ, ਸੰਤਾਂ ਕੋਈ ਹੁੰਦਾ। ਅਤੇ ਉਹ ਵੇਖੋ ਕਿਵੇਂ ਉਹ ਵਿਚਾਰੇ ਕਈ ਜੇ ਸੇਵਾ ਕਰਦੇ ਉਹ ਵਸ ਹੋਏ ਹੁੰਦੇ ਨਾ, ਤੋ ਦਹ ਕੋਹਾਂ ਡਰਦੇ ਆ ਸੰਤਾਂ ਕੋਲ। ਪਤਾ ਨਹੀਂ ਜੇ ਕਦੇ ਭੱਜ ਗਿਆ ਜਾਂ ਕੋਈ ਗਲਤੀ ਕੀਤੀ ਅਤੇ ਕਦੇ ਇਹ ਨਾ ਹੋਵੇ ਮੈਂ ਮਰ ਹੀ ਜਾਂਦਾ ਹਾਂ। ਉਹ ਐਵੇਂ ਅਧੀਨ ਹੋਏ ਹੁੰਦੇ, ਮਤਲਬ ਕਿਸੇ ਨੂੰ ਵਸ ਕਰ ਲੈਣਾ। ਹੋਰ ਵੀ ਕਈ ਇਹੋ ਜਿਹੇ ਯੋਗੀ ਹੈ ਜਿਨ੍ਹਾਂ ਨੇ ਵਸਤਾ ਸਿੱਧੀ ਪ੍ਰਾਪਤ ਹੁੰਦੀ ਹੈ, ਉਹ ਫਿਰ ਵਸ ਕਰ ਲੈਂਦੇ ਆ। ਕਈ ਬਾਬੇ ਵੀ ਇਹੋ ਜਿਹੇ ਹੈ ਜਿਨ੍ਹਾਂ ਉਹ ਸਿੱਧੀ ਪ੍ਰਾਪਤ ਕੀਤੀ ਵਸਤਾ, ਲੋਕ ਜਾਂਦੇ ਆ ਬਾਬਾ ਜੀ ਕਰੋ ਕਿਰਪਾ, ਵਸ ਕਰ ਲੈਂਦੇ ਅਤੇ ਫਿਰ ਉਹ ਵਿਚਾਰੇ ਨਹੀਂ ਛੁੱਟਦੇ ਉੱਥੋਂ, ਜਾਂਦੇ ਹੀ ਰਹਿੰਦੇ ਜਾਂਦੇ ਹੀ ਰਹਿੰਦੇ। ਇਹ ਵਸਤਾ ਸਿੱਧੀ ਹੈ, ਇਹ ਪ੍ਰਾਪਤ ਹੋਣੀ ਆਪਣੇ ਵਸ ਸਾਰਿਆਂ ਨੂੰ ਕਰ ਲੈਣਾ। ਫਿਰ ਗਰਮਾ ਲਗਮਾ ਤੇ ਹੈ ਨਾ ਕਿ ਰੂਈ ਵਾਂਗ ਹੌਲੇ ਹੋ ਜਾਣਾ। ਗਰਮਾ ਸਿੱਧੀ ਹੈ ਬੜਾ ਭਾਰੇ ਹੋ ਜਾਣਾ, ਇੰਨੇ ਭਾਰੇ ਹੋ ਜਾਣਾ ਵੀ ਜੇ ਕਿ ਜਿਵੇਂ ਉਹ ਰਾਵਣ ਕੋਲ ਲੱਤ ਨਹੀਂ ਸੀ ਚੱਕੀ ਗਈ, ਉਹ ਭਗਵਾਨ ਰਾਮ ਚੰਦਰ ਜੀ ਨੇ ਇੱਕ ਨੂੰ ਭੇਜਿਆ ਸੀ, ਉਹਦਾ ਨਾਮ ਯਾਦ ਨਹੀਂ ਹੈ, ਕਚਹਿਰੀ ਵਿੱਚ। ਉਹ ਕਹਿੰਦੇ ਹੇ ਰਾਵਣ ਐਵੇਂ ਨਾ ਤੂੰ ਭਾਰਾਂ ਦੇ ਪੈ, ਰਾਮ ਚੰਦਰ ਸਮੇਂ ਦੇ ਅਵਤਾਰ ਹੈ, ਤੂੰ ਨਹੀਂ ਕੁਝ ਵੀ ਕਰ ਸਕਦਾ। ਉਹ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਕਹਿੰਦੇ ਤੂੰ ਰਾਮ ਜੀ ਨਾਲ ਗੱਲ ਤੇ ਬਾਅਦ 'ਚ ਕਰੀ, ਮੈਂ ਕਹਿੰਦਾ ਪਰ ਮੈਂ ਇੱਥੇ ਲੱਤ ਰੱਖ ਦੇਣਾ ਆਪਣੀ, ਤੇਰੀ ਸਾਰੀ ਜਿਹੜੀ ਲੰਕਾ ਮੇਰੀ ਲੱਤ ਚੁੱਕ ਕੇ ਵਿਖਾ ਦੀ। ਬੜੇ ਬੜੇ ਸੂਰਮੇ ਆਏ ਲੱਤ ਚੁੱਕਣ, ਲੱਤ ਨਹੀਂ ਕਿਸੇ ਕੋਲ ਚੁੱਕੀ ਗਈ। ਉਹ ਗਰਮਾ ਸਿੱਧੀ ਸੀ, ਮਤਲਬ ਬੜਾ ਭਾਰੀ ਹੋ ਜਾਣਾ। ਰਾਵਣ ਆਇਆ ਭੱਜ ਕੇ, ਕਹਿੰਦਾ ਉਹ ਮਰੋ ਪਰੇ ਮੈਂ ਕਰਦਾ ਹਾਂ। ਦੂਜਿਆਂ ਨੂੰ ਪਰੇ ਕਰਕੇ ਅਤੇ ਇਹ ਸਾਧ ਸੰਗਤ ਦੀ ਲੱਤ ਫੜੀ ਇਹਨੇ ਅਤੇ ਚੁੱਕਣ ਲੱਗਾ, ਚੁੱਕੀ ਨਹੀਂ ਗਈ। ਅੱਗੋਂ ਜਿਹਨੂੰ ਭੇਜਿਆ ਸੀ ਰਿਸ਼ੀ ਨੂੰ, ਕੀ ਹੈ ਸੀ ਕੋਈ ਯਾਦ ਨਹੀਂ ਨਾਮ, ਉਹ ਕਹਿਣ ਲੱਗੇ ਹੇ ਰਾਵਣ ਮੇਰੇ ਪੈਰੀ ਕਾਹਨੂੰ ਪੈਣਾ, ਜਾ ਕੇ ਰਾਮ ਚੰਦਰ ਜੀ ਦੇ ਪੈਰੀ ਪੈ। ਸੁਣ ਕੇ ਅਤੇ ਉਹ ਰਾਵਣ ਨੂੰ ਸਗੋਂ ਹੀ ਅੱਗ ਲੱਗ ਗਈ। ਉੱਥੇ ਸੀ ਸਿੱਧੀ ਦਾ ਕਮਾਲ, ਗਰਮਾ ਸਿੱਧੀ। ਗਰਮਾ ਦਾ ਮਤਲਬ ਇੰਨੇ ਭਾਰੀ ਹੋ ਜਾਣਾ, ਭਾਵੇਂ ਕਿ ਹੁਣ ਅਸੀਂ 80 ਕਿਲੋ ਦੇ ਹਾਂ ਨਾ, ਅਤੇ ਸਿੱਧੀ ਪ੍ਰਾਪਤ ਹੋਵੇ ਅਤੇ ਭਾਵੇਂ ਕਰੇਨ ਕੋਈ ਲਈ ਫਿਰੇ ਅਤੇ ਤਾਂ ਵੀ ਚੁੱਕ ਨਾ ਸਕੇ। ਇਹ 80 ਕਿਲੋ ਨੂੰ ਵੀ ਇੰਨਾ ਭਾਰੀ ਹੋ ਜਾਣਾ। ਫਿਰ ਅਨੂਪੀ, ਅਨੂਰਮ ਕਹਿ ਲਓ, ਅਨੂਪੀ ਕਹਿ ਲਓ, ਅਨਰੂਪੀ ਕਹਿ ਲਓ, ਇਹ ਹੈ 9ਵੀਂ ਸਿੱਧੀ। 8 ਤੇ ਜਿਹੜੀਆਂ 9 8 ਗਣਾ ਦਿੱਤੀਆਂ ਮੁੱਖ ਸਿੱਧੀਆਂ ਹੈ, ਅਤੇ 9ਵੀਂ ਸਿੱਧੀ ਹੈ ਅਨੂਪੀ ਜਾਂ ਅਨਰੂਪੀ ਜਾਂ ਅਨੂਰਮ। ਇਹ ਸਿੱਧੀ ਜਿਹਦੇ ਕੋਲ ਆ ਜਾਵੇ ਅਤੇ ਫਿਰ ਭੁੱਖ ਦੇ ਨਹੀਂ ਲੱਗਦੀ, ਨਾ ਭੁੱਖ ਨਾ ਨਾ ਗਰਮੀ ਨਾ ਸਰਦੀ। ਅਤੇ ਸੰਤਾਂ ਕੋਲ ਸਿੱਧੀ ਹੁੰਦੀ ਹੈ, ਭੋਜਨ ਪ੍ਰਸ਼ਾਦਾ ਮਿਲ ਗਿਆ ਜਾਂ ਨਹੀਂ ਮਿਲ ਗਿਆ ਤਾਂ ਵੀ ਕੋਈ ਗੱਲ ਨਹੀਂ। ਅਤੇ ਸਾਡਾ ਤਾਂ ਇਹੋ ਜਿਹਾ ਹਾਲ ਹੈ, ਜੇ ਆ ਸਵੇਰੇ 9 ਵਜੇ ਲੰਗਰ ਛਕਦੇ ਹਾਂ, ਕਦੇ 12 ਵੱਜ ਗਏ ਅਤੇ ਸਾਰੀ ਦਿਹਾੜੀ ਲੜਾਈ ਨਹੀਂ ਮੁੱਕਣੀ, ਮੈਂ ਭੁੱਖਾ ਹੀ ਰਹਿ ਗਿਆ ਹਾਂ, ਮੇਰੀ ਰੋਟੀ ਨਹੀਂ ਪੱਕੀ ਹੈ, ਕਿਉਂਕਿ ਉਹ ਖਾਲੀ ਪੇਟ ਹੈ ਸਾਡਾ। ਅਤੇ ਉਹ ਸੰਤਾਂ ਕੋਲ ਸਿੱਧੀ ਹੁੰਦੀ ਹੈ, ਜਿਹਦੇ ਕਰਕੇ ਉਹਨਾਂ ਨੂੰ ਭੁੱਖ ਨਾ ਤੇ ਇਵੇਂ ਦਾ ਸੁਭਾਅ ਹੋ ਜਾਣਾ, ਇਹ ਸਿੱਧੀ ਨਾਲ ਅਨੂਪੀ ਦੇ ਨਾਲ। ਫਿਰ ਦੂਰ ਸਰਵਣ, ਜਿਵੇਂ ਦੂਰ ਬੈਠੀਆਂ ਗੱਲਾਂ ਘਰੇ ਬੈਠੇ ਸੁਣ ਲੈਣਾ। ਅੱਜ ਕੱਲ੍ਹ ਦੀ ਮਾਨੋ ਇਹ ਸਿੱਧੀ ਹੈ, ਇਹ ਜਿਹੜੀ ਦੂਰ ਸਰਵਣ ਦੀ, ਜਿਵੇਂ ਆਪਾਂ ਘਰ ਬੈਠੇ ਹਾਂ ਅਤੇ ਇੰਗਲੈਂਡ ਨੂੰ ਫੋਨ ਲਾ ਲੈਂਦੇ ਅਤੇ ਘਰ ਬੈਠੇ ਸੁਣ ਲੈਂਦੇ ਹਾਂ। ਪਰ ਇਹ ਤਾਂ ਹੈ ਨਾ ਯੰਤਰ, ਇੱਕ ਮਸ਼ੀਨੀ ਯੰਤਰ। ਉਹ ਐਸੀ ਸ਼ਕਤੀ ਹੋਣੀ ਵੀ ਜਿੱਦਾਂ ਆਪਾਂ ਇੱਥੇ ਬੈਠੇ ਹਾਂ, ਕੋਈ ਅੱਡੇ ਲਾਗੇ ਜਾਂ ਕੋਈ ਬਾਹਰ ਪਿੰਡੋਂ ਗੱਲ ਕਰਨ ਡਿਆ ਵੇ ਸਾਡੀ, ਇੱਥੋਂ ਹੀ ਉਹ ਸੁਣ ਲੈਣਾ ਵੀ ਇਹ ਕੀ ਕਹਿ ਰਿਹਾ ਹੈ। ਦੂਰ ਸਰਵਣ, ਦੂਰ ਸਰਵਣ ਇੱਦਾਂ ਇੱਥੇ ਬੈਠੇ ਸੁਣ ਲੈਣਾ, ਭਾਵੇਂ ਕੈਨੇਡਾ ਕੋਈ ਗੱਲ ਕਰ ਰਿਹਾ ਸਾਡੀ, ਅਮਰੀਕਾ ਕਰ ਰਿਹਾ, ਅਤੇ ਇੱਥੇ ਮੱਲੂ ਨੰਗਲ ਬੈਠੇ ਸੁਣ ਲੈਣਾ ਵੀ ਕੀ ਕਹਿ ਰਿਹਾ ਉਹ। ਜਾਂ ਇੱਥੋਂ ਹੀ ਜਾ ਕੇ ਝੱਟ ਹੀ ਉੱਥੇ ਜਾ ਕੇ ਕੈਨੇਡਾ ਪਹੁੰਚ ਜਾਣਾ, ਉੱਥੇ ਸੁਣ ਲੈਣਾ ਕੀ ਕਹਿਣ ਡਿਆ ਹੈ। ਇਵੇਂ ਦੂਰ ਸਰਵਣ। ਫਿਰ ਦੂਰ ਦਰਸ਼ਨ, ਦੂਰ ਦਰਸ਼ਨ ਕਹਿਣ ਦਾ ਜਿਵੇਂ ਆਹ ਚੈਨਲ ਹੈ ਨਾ ਦੂਰਦਰਸ਼ਨ,
ਭਾਵ ਦੂਰ ਦਾ ਦਰਸ਼ਨ ਘਰ ਬੈਠੇ ਕਰ ਲੈਣਾ। ਉਹ ਚੈਨਲ ਦਾ ਮਤਲਬ ਅਰਥ ਇਹੀ ਹੈ, ਉਂਝ ਅਸੀਂ ਵੇਖਦੇ ਸਾਨੂੰ ਪਤਾ ਤਾਂ ਹੈ ਨਹੀਂ, ਉਹਦਾ ਮਤਲਬ ਇਹੋ ਹੀ ਹੈ ਵੀ ਦੂਰ ਦਾ ਦਰਸ਼ਨ। ਵੇਖੋ ਕਿੱਥੋਂ ਕਿੱਥੋਂ ਦੀਆਂ ਚੀਜ਼ਾਂ ਅਸੀਂ ਘਰ ਬੈਠੇ ਵੇਖਦੇ ਰਹਿੰਦੇ ਹਾਂ, ਉਹ ਸਿੱਧੀ ਅੱਜ ਕੱਲ੍ਹ ਦੇ ਹਿਸਾਬ ਨਾਲ। ਅਤੇ ਉਂਝ ਦੂਰ ਦਰਸ਼ਨ ਸਿੱਧੀ ਕੀ ਹੈ, ਗੁਰੂ ਦੇ ਨਾਮ ਦੇ ਨਾਲ ਜਿਹੜੀ ਪ੍ਰਾਪਤ ਹੁੰਦੀ। ਇੱਥੇ ਭਾਵੇਂ ਬੈਠੇ ਹਾਂ, ਦੇਸ਼ਾਂ ਵਿਦੇਸ਼ਾਂ 'ਚ ਵੇਖ ਲੈਣਾ ਕੀ ਹੋ ਰਿਹਾ ਹੈ, ਇੱਥੇ ਬੈਠੇ ਵੇਖ ਲੈਣਾ ਸਵਰਗ 'ਚ ਕੀ ਹੋ ਰਿਹਾ ਹੈ, ਪਤਾਲ 'ਚ ਕੀ ਹੋ ਰਿਹਾ ਹੈ। ਦੂਰ ਦਾ ਦਰਸ਼ਨ ਇਹ ਸਿੱਧੀ ਪ੍ਰਾਪਤ। ਇੱਥੇ ਬੈਠੇ ਆ ਕੋਈ ਬਾਹਰ ਕਿੰਨੇ ਜਾਣੇ ਖੜ੍ਹੇ ਹੈ, ਇੱਥੋਂ ਹੀ ਦੱਸ ਦੇਣਾ ਫਲਾਣਾ ਫਲਾਣਾ ਖੜਾ ਹੈ, ਇਹ ਦੂਰ ਦਾ ਦਰਸ਼ਨ। ਮਤਲਬ ਓਲੇ ਹੋਏ ਹੋਣ ਕੋਈ ਵੀ ਅਤੇ ਤਾਂ ਵੀ ਦੱਸ ਦੇਣਾ, ਇਹ ਸਿੱਧੀ। ਇਹ 11ਵੀਂ ਸਿੱਧੀ ਹੈ। ਫਿਰ ਮਨੋ ਵੇਗ, ਜਿਵੇਂ ਮਨ ਬੜਾ ਚਾਲ ਹੈ ਨਾ, ਚਾਲ ਮਨ ਦੀ ਬੜੀ। ਹੁਣ ਅਸੀਂ ਇੱਥੇ ਬੈਠੇ ਨਾ, ਹੁਣ ਅਮਰੀਕਾ ਦੀ ਗੱਲ ਕੀਤੀ ਅਤੇ ਮਨ ਅਮਰੀਕਾ, ਹੁਣ ਕੀਤੀ ਗੱਲ ਸਵਰਗ ਦੀ ਅਤੇ ਮਨ ਸਵਰਗ, ਉਸੇ ਵੇਲੇ ਪਹੁੰਚ ਜਾਂਦਾ। ਐਵੇਂ ਮਨੋ ਵੇਗ, ਮਨ ਦੀ ਤਰ੍ਹਾਂ ਬੜੀ ਛੇਤੀ ਜਿਹੜਾ ਨਾ ਪੁੱਜ ਜਾਣਾ, ਪਹੁੰਚ ਜਾਣਾ, ਬੜੀ ਤੇਜ਼ ਜਿਹੜਾ ਸੁਭਾਅ ਹੋਣਾ, ਪਹੁੰਚ ਜਾਣਾ ਉੱਥੇ ਸਰੀਰ ਕਰਕੇ। ਫਿਰ ਇਹ 12ਵੀਂ ਸਿੱਧੀ ਅਤੇ 13ਵੀਂ ਸਿੱਧੀ ਹੈ ਕਾਮ ਰੂਪ। ਆਪਣੀ ਇੱਛਾ ਅਨੁਸਾਰ ਰੂਪ ਬਣਾ ਲੈਣਾ। ਸੋਹਣਾ ਬਣਨਾ ਹੈ, ਕਾਲਾ ਬਣਨਾ ਹੈ, ਮਾੜਾ ਬਣਨਾ, ਕਿੱਦਾਂ ਬਣਨਾ। ਵੀ ਕਾਮ ਕਹੀਏ ਇੱਛਾ ਅਤੇ ਰੂਪ ਕਹੀਏ ਆਪਣੀ ਇੱਛਾ ਨਾਲ ਰੂਪ ਬਣਾ ਲੈਣਾ। ਵੀ ਇੱਥੋਂ ਹੁਣੇ ਜੀ ਕਰੇ ਵੀ ਕਿਸੇ ਨੂੰ ਡਰਾਉਣਾ ਅਤੇ ਭੂਤ ਬਣ ਜਾਣਾ, ਜੀ ਕਰੇ ਵੀ ਆ ਫਲਾਣੇ ਨੂੰ ਮੈਂ ਮੋਹ ਲਵਾਂ ਅਤੇ ਸੁੰਦਰ ਬਣ ਜਾਣਾ। ਕਈ ਇਹੋ ਜਿਹਾ ਰੂਪ ਧਾਰ ਲੈਂਦੇ ਸੀ। ਉਹ ਜੋਗੀਆਂ ਦੇ ਸਮੇਂ ਐਸੇ ਬੜੇ ਜੁਗਾਂ ਦੀਆਂ ਕਥਾਵਾਂ ਆਉਂਦੀਆਂ। ਐਵੇਂ ਆਪਣੀ ਕਾਮਨਾ ਇੱਛਾ ਨਾਲ ਰੂਪ ਬਦਲ ਲੈਣਾ। 14ਵੀਂ ਸਿੱਧੀ ਹੈ ਪਰਕਾਏ ਪ੍ਰਵੇਸ਼। ਪਰ ਕਾਏ, ਪਰ ਨਾਮ ਪਰਾਏ ਅਤੇ ਕਾਏ ਨਾਮ ਸਰੀਰ, ਦੂਸਰੇ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣਾ। ਕੋਈ ਮਰਿਆ ਹੋਵੇ, ਉਹਦੀ ਦੇਹ ਪਈ ਹੋਵੇ, ਜਿਵੇਂ ਭੂਤ ਪ੍ਰੇਤ ਵੜ ਜਾਂਦੇ ਆ, ਇਵੇਂ ਦੂਜੇ ਦੀ ਦੇਹ ਵਿੱਚ ਵੜ ਜਾਣਾ। ਮਰਿਆ ਹੈ ਤਾਂ ਉਹਦੀ ਸਰੀਰ ਵਿੱਚ ਵੜ ਕੇ ਅਤੇ ਉੱਠ ਕੇ ਬਹਿ ਜਾਣਾ। ਉਹਨਾਂ ਕਹਿਣਾ ਸਾਡਾ ਬੰਦਾ ਲੱਗਦਾ ਜੀ ਪਿਆ ਹੈ। ਪਰ ਇਹ ਸਿੱਧੀ ਹੈ ਇੱਕ। ਜਿਵੇਂ ਸਾਧ ਸੰਗਤ ਜੀ, ਉਹ ਮਛਿੰਦਰ ਨਾਥ ਸੀ, ਤੂੰ ਰਾਜੇ ਦੀ ਦੇਹ ਵਿੱਚ ਵੜ ਕੇ ਅਤੇ ਰਾਜੇ ਦੀ ਰਾਣੀਆਂ ਨਾਲ ਭੋਗ ਵਿਲਾਸ ਕਰਿਆ ਕਰੇ। ਅਤੇ ਉਹ ਜਦੋਂ ਮਿਹਣਾ ਤਾਨਾ ਮਾਰਿਆ ਗੋਰਖਨਾਥ ਨੂੰ ਵੀ ਤੇਰਾ ਗੁਰੂ, ਤੂੰ ਇੰਨਾ ਆਪਣੇ ਆਪ ਨੂੰ ਨਾਥਾਂ ਦਾ ਨਾਥ ਮੰਨਦਾ, ਗੁਰੂ ਤੇਰਾ ਤੇ ਕਿਹੜੇ ਕੰਮੇ ਲੱਗਾ ਵੇਖ। ਜਿਹੜਾ ਤੁਕ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਪਜੀ ਸਾਹਿਬ 'ਚ, ਮੰਨੈ ਤਰੇ ਤਾਰੇ ਗੁਰ ਸਿੱਖ, ਉੱਥੇ ਉਹ ਇਹਦੀ ਸਾਖੀ ਲਾਈ ਹੈ ਸ਼ਬਦ ਦੀ ਵੀ ਜਿਹੜਾ ਗੁਰੂ ਕਾ ਸਿੱਖ ਹੋਵੇ ਨਾ, ਮੰਨ ਲਓ ਵੀ ਜੇ ਕਿਤੇ ਗੁਰੂ ਵੀ ਇੱਧਰ ਉੱਧਰ ਹੋ ਜਾਂਦੇ, ਆਪਣੇ 10 ਗੁਰੂ ਮਹਾਰਾਜ ਤਾਂ ਐਸੇ ਨਹੀਂ ਹੈ। ਮਤਲਬ ਇੱਕ ਗੁਰੂ ਜੀ ਨੇ ਬਚਨ ਕਿਹਾ ਹੈ, ਤਰੇ ਤਾਰੇ ਗੁਰ ਸਿੱਖ। ਜਿਹੜਾ ਨਾ ਜੇ ਕਿਤੇ ਗੁਰੂ ਵੀ ਕਿਤੇ ਰੱਬ ਨਾ ਕਰੇ ਵੀ ਮਾਇਆ ਕਰਕੇ ਇੱਧਰ ਉੱਧਰ ਹੋ ਗਿਆ ਹੈ, ਅਤੇ ਜਿਹੜਾ ਨਾ ਸਿੱਖ ਉਹ ਤਾਰੇ ਗੁਰ, ਗੁਰੂ ਨੂੰ ਤਾਰੇ ਸਿੱਖ, ਭਾਵ ਸਿੱਖ ਆਪਣੇ ਗੁਰੂ ਨੂੰ ਕੱਢ ਲਿਆਵੇ, ਉਹ ਬੰਧਨਾਂ 'ਚ ਜੇ ਕਿਤੇ ਪੈ ਜਾਵੇ ਭੁੱਲ ਭੁਲੇਖੇ। ਅੱਜ ਕੱਲ੍ਹ ਕਿਹੜਾ ਗੁਰੂ ਹੈ, ਜਿਵੇਂ ਸਾਧ ਸੰਗਤ ਜੀ ਆਪਾਂ ਕਿਸੇ ਨੂੰ ਵਿੱਦਿਆ ਪੜ੍ਹਾ ਰਹੇ ਹਾਂ, ਸਿੱਖਿਆ ਦੇ ਰਹੇ ਹਾਂ, ਅਤੇ ਵਿੱਦਿਆ ਦੇ ਗੁਰੂ ਦੇ ਦੁਨਿਆਵੀ ਤੌਰ 'ਤੇ ਆਪਾਂ ਹੈ ਹੀ ਹਾਂ। ਅਤੇ ਜੇ ਆਪਾਂ ਕਿਤੇ ਉਲਟੇ ਪਾਸੇ ਲੱਗ ਜਾਂਦੇ ਹਾਂ, ਤਾਂ ਉਹ ਜਿਹੜਾ ਸਿੱਖਣ ਵਾਲਾ ਦਾ ਫਰਜ਼ ਹੈ ਵੀ ਉਹ ਮੋੜੇ ਨਹੀਂ ਵੀ ਉਸਤਾਦ ਜੀ ਇੱਧਰ ਨਹੀਂ ਜਾਣਾ, ਇੱਧਰ ਮਾੜਾ ਕੰਮ ਹੈ। ਐਵੇਂ ਮੰਨੇ ਤਰੇ ਤਾਰੇ ਗੁਰ ਸਿੱਖ। ਅਤੇ ਪਰਕਾਏ ਪ੍ਰਵੇਸ਼ ਉਹ ਕਰ ਗਿਆ ਸੀ ਮਛਿੰਦਰ ਨਾਥ, ਅਤੇ ਉਹ ਭੋਗ ਵਿਲਾਸ ਕਰਿਆ ਕਰੇ। ਰਾਜਾ ਜਿਹੜਾ ਸੀ ਉਹ ਮਰ ਗਿਆ ਅਤੇ ਉਹਦੀ ਦੇਹ 'ਚ ਪ੍ਰਵੇਸ਼ ਕਰ ਗਿਆ ਹੈ। ਪਰਕਾਏ ਪ੍ਰਵੇਸ਼ ਸਿੱਧੀ ਸੀ। ਅਤੇ ਫਿਰ ਗੋਰਖਨਾਥ ਜੀ ਦੇ ਵੇਖੋ ਕਿਵੇਂ ਉਹ ਭਗਤੀ ਕਰਕੇ ਜੋੜੀ ਸੇਕ ਕੇ ਅਤੇ ਕੱਢ ਕੇ ਲਿਆਂਦਾ, ਅਤੇ ਫਿਰ ਨਾ ਮਨ ਹਰੇ, ਫਿਰ ਨਹੀਂ ਸੀ ਮਨ ਹਟਣਾ। ਉੱਧਰ ਬਾਰ ਜਾਣਾ ਚਾਹਵੇ ਅਤੇ ਫਿਰ ਗੋਰਖਨਾਥ ਜੀ ਨੇ ਆਪਣੇ ਮਛਿੰਦਰ ਨਾਥ ਗੁਰੂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਪਾਸ ਲੈ ਕੇ ਕਹਿੰਦੇ, ਮਹਾਰਾਜ ਮੇਰੇ ਗੁਰੂ ਹੈ ਗੋਰਖਨਾਥ, ਮੈਨੂੰ ਸ਼ਰਮ ਆਉਂਦੀ ਹੈ, ਆਪ ਕਿਰਪਾ ਕਰੋ, ਉਪਦੇਸ਼ ਕਰੋ। ਗੁਰੂ ਜੀ ਨੇ ਫਿਰ ਉਹ ਸ਼ਬਦ ਉਚਾਰਿਆ ਸੀ, ਰਾਮਕਲੀ ਰਾਗ 'ਚ ਆਉਂਦਾ ਹੈ, ਸੁਣ ਮਛਿੰਦਰਾ ਨਾਨਕ ਬੋਲੇ। ਕਿ ਨਾਨਕ ਅਸੀਂ ਬੋਲਦੇ ਹਾਂ, ਮਛਿੰਦਰਾ ਤੂੰ ਸੁਣ ਵੀ ਤੂੰ ਤੇ ਗੁਰੂ ਹੈ, ਅਤੇ ਕਿਹੜੇ ਪਾਸੇ ਜਾ ਰਿਹਾ ਹੈ। ਗੋਰਖਨਾਥ ਦਾ ਤੂੰ ਗੁਰੂ ਹੈ, ਨੌ ਨਾਥਾਂ ਦਾ ਤੂੰ ਵੱਡਾ ਹੈ,
ਤੇ ਤੈਨੂੰ ਚਾਹੀਦਾ ਨਾ ਵੀ ਆਪਣੇ ਜਿਹੜੀਆਂ ਇੰਦਰੀਆਂ ਹੈ ਇਹਨਾਂ ਨੂੰ ਤੂੰ ਵਸ ਕਰ, ਕਾਮ ਕ੍ਰੋਧ ਦੇ ਵਸ ਹੋ ਗਿਆ ਤੂੰ। ਤੇ ਸਿੱਖਿਆ ਦਿੱਤੀ ਸੀ ਮਛਿੰਦਰ ਨਾਥ ਨੂੰ ਗੁਰੂ ਜੀ ਨੇ, ਐਵੇਂ ਪਰ ਕਾਏ ਪ੍ਰਵੇਸ਼, ਦੂਜੇ ਦੀ ਦੇਹ ਵਿੱਚ ਪ੍ਰਵੇਸ਼ ਕਰ ਜਾਣਾ। ਫਿਰ ਸਵੈ ਛੰਦ ਮ੍ਰਿਤੂ, ਆਪਣੀ ਸਵੈ ਕਹੀਏ, ਆਪਣੀ ਛੰਦ ਕਹੀਏ, ਸਿੱਧਾ ਜਿਹਾ ਮਤਲਬ ਸੁਤੰਤਰ, ਸੁਤੰਤਰਤਾ ਨਾਲ ਮ੍ਰਿਤੂ ਲੈਣੀ, ਮੌਤ ਕਰਨੀ ਆਪਣੀ ਮਤਲਬ ਮਰਜ਼ੀ ਨਾਲ ਮਰਨਾ। ਇੱਕ ਤਾਂ ਅਸੀਂ ਹੈ ਨਾ ਪਤਾ ਨਹੀਂ ਵੀ ਹੁਣ ਸੋਈਏ ਅੱਜ ਤੇ ਦਿਨੇ ਉੱਠਣਾ ਕਿ ਨਹੀਂ ਉੱਠਣਾ, ਅਸੀਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਮਰਨ ਵਾਲੇ। ਸਮਾਂ ਪੂਰਾ ਹੋ ਗਿਆ ਅਤੇ ਮੌਤ ਨਿਸ਼ਚਿਤ ਹੈ। ਪਰ ਇੱਕ ਹੈ ਆਪਣੀ ਇੱਛਾ ਨਾਲ ਸਰੀਰ ਛੱਡਣਾ। ਜਿਵੇਂ ਮਹਾਂਪੁਰਖ ਅਤੇ 10 ਗੁਰੂ ਸਾਹਿਬਾਨ ਆਪਣੀ ਇੱਛਾ ਨਾਲ ਹੀ ਸਰੀਰ ਛੱਡਦੇ ਰਹੇ। ਕਹਿੰਦੇ ਰਹੇ ਸੰਗਤ ਜੀ ਇਕੱਠਿਆਂ ਕਰ ਲੈਣਾ ਸੰਗਤ ਨੂੰ, ਜਿਹੜੇ ਸਤਿਗੁਰਾਂ ਨੂੰ ਗੁਰਤਾ ਬਖਸ਼ਣੀ, ਤਿਲਕ ਦੇ ਦੇਣਾ ਅਤੇ ਕਹਿਣਾ ਵੀ ਭਾਈ ਕੱਲ੍ਹ ਇੰਨੇ ਸਮੇਂ ਦੇ ਅੰਮ੍ਰਿਤ ਵੇਲੇ ਪ੍ਰਵੇਸ਼ ਅਸਾਂ ਨੇ ਸੱਚਖੰਡ ਚਲੇ ਜਾਣਾ, ਸਰੀਰ ਛੱਡ ਦੇਣਾ। ਇਹ ਸਵੈ ਛੰਦ ਮ੍ਰਿਤੂ, ਆਪਣੀ ਇੱਛਾ ਨਾਲ ਜਿਹੜਾ ਆਪਣੀ ਮੌਤ ਕਰਨੀ, ਆਪ ਸਰੀਰ ਛੱਡਣਾ। ਜਿਵੇਂ ਭੀਸ਼ਮ ਪਿਤਾਮਾ ਜੀ ਨੇ ਆਪਣਾ ਸਰੀਰ ਆਪਣੀ ਮਰਜ਼ੀ ਨਾਲ ਛੱਡਿਆ ਸੀ। ਇਹ ਆਪਣੀ ਇੱਛਾ ਅਨੁਸਾਰ ਮਤਲਬ ਸਰੀਰ ਛੱਡਣਾ। ਇੱਕ ਇਹ ਸਿੱਧੀ 15ਵੀਂ। 16ਵੀਂ ਹੈ ਸੁਰ ਕਰੀੜਾ ਦਰਸ਼ਨ, ਭਾਵ ਦੇਵਤਿਆਂ ਦੇ ਵਿੱਚ ਰਲ ਮਿਲ ਕੇ ਸਵਰਗਪੁਰੀ 'ਚ ਜਾ ਕੇ ਅਤੇ ਜਿਵੇਂ ਦੇਵਤੇ ਕ੍ਰੀੜਾ ਕਰਦੇ ਹੈ ਅਤੇ ਇਸੇ ਤਰ੍ਹਾਂ ਕ੍ਰੀੜਾ ਕਰਨੀਆਂ, ਖੇਡ ਮਸਤੀ ਭਾਵ ਉਹਨਾਂ ਵਿੱਚ ਰਹਿ ਕੇ ਖਾਣਾ ਪੀਣਾ ਸਭ ਕੁਝ ਕਰਨਾ, ਗਾਣ ਗੰਧਰਵ ਗੀਤ ਨਾਚ ਸਰਵਣ ਕਰਨੇ ਵੇਖਣੇ। ਇਵੇਂ ਸੁਰ ਕ੍ਰੀੜਾ, ਦੇਵਤਿਆਂ ਦੀ ਕ੍ਰੀੜਾ ਕਰਨੀਆਂ। ਅਤੇ ਜਿਹੜੇ ਦੇਵਤੇ ਕ੍ਰੀੜਾ ਕਰਦੇ ਹੈ, ਜਿਹੜੀਆਂ ਦੇਵੀਆਂ ਨਾਲ, ਉਹ ਸਾਰਾ ਕੁਝ ਦਰਸ਼ਨ ਵੇਖਦੇ ਰਹਿਣਾ, ਵੇਖ ਲੈਣਾ। ਇਹ ਇੱਕ ਸਿੱਧੀ ਹੈ। ਅਤੇ 17ਵੀਂ ਸਿੱਧੀ ਹੈ ਸੰਕਲਪ। ਇਹ ਸ਼ਕਤੀਆਂ ਹੈ, ਸਿੱਧੀ ਦਾ ਮਤਲਬ ਹੁੰਦਾ ਸ਼ਕਤੀਆਂ। ਸੰਕਲਪ ਭਾਵ ਜਿਹੋ ਜਿਹਾ ਸੰਕਲਪ ਕਰਨਾ, ਇੱਥੇ ਬੈਠੇ ਹਾਂ ਹੁਣੇ ਵੀ ਆ ਜੇ, ਆਹ ਮਿਲ ਜੇ, ਉਸੇ ਵੇਲੇ ਜਿਹੜਾ ਸੰਕਲਪ ਕਰਨਾ ਉਸੇ ਵੇਲੇ ਪੂਰਾ ਹੋਣਾ। ਹਲੇ ਅੱਖਾਂ ਬੰਦ ਕਰਕੇ ਕਿਹਾ ਨਹੀਂ ਵੀ ਆਹ ਚੀਜ਼ ਆ ਜੇ, ਅਤੇ ਅਗਲੇ ਨੇ ਆਵਾਜ਼ ਨਹੀਂ ਦਿੱਤੀ ਵੀ ਆਹ ਮਹਾਰਾਜ ਛਕੋ ਆ, ਉਸੇ ਵੇਲੇ ਪੂਰਾ ਹੋ ਜਾਣਾ। ਫਿਰ ਆਪ੍ਰਹਤ ਗਤ, ਭਾਵ ਬਿਨਾਂ ਕਿਸੇ ਰੋਕਥਾਮ ਦੇ ਜਿੱਥੇ ਜਾਣਾ ਚਾਹਵੇ ਝਟ ਪਾਟੀ ਪੁੱਜ ਜਾਵੇ, ਵੀ ਉਹਨੂੰ ਕਿਤੇ ਰੋਕ ਨਾ ਹੋਵੇ। ਹੁਣ ਸਾਨੂੰ ਰੋਕ ਬੜਾ ਕਿਵੇਂ ਹੈ, ਜੇ ਹੁਣੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਸਾਨੂੰ ਰੋਕ ਹੈ, ਅਸੀਂ ਦਰਵਾਜ਼ੇ ਵਿੱਚ ਵੱਜ ਜਾਵਾਂਗੇ, ਜਿੰਨਾ ਚਿਰ ਖੋਲ੍ਹਦੇ ਨਹੀਂ ਹੈ ਅਤੇ ਲੰਘ ਨਹੀਂ ਸਕਦੇ। ਪਰ ਉਹ ਸਿੱਧੀ ਕੈਸੀ ਹੈ ਵੀ ਰੋਕ ਨਾ ਪੈਣੀ, ਦਰਵਾਜ਼ਾ ਭਾਵੇਂ ਬੰਦ ਹੀ ਹੈ, ਦਰਵਾਜ਼ੇ ਦੇ ਵਿੱਚ ਦੀ ਲੰਘ ਜਾਣਾ, ਕੰਧ ਦੇ ਵਿੱਚ ਦੀ ਲੰਘ ਜਾਣਾ। ਭਾਵੇਂ ਜੇ ਪਹਾੜ ਆ ਗਏ ਅੱਗੇ ਅਤੇ ਪਹਾੜ ਦੇ ਵਿੱਚ ਦੀ ਪ੍ਰਵੇਸ਼ ਕਰ ਜਾਣਾ। ਸਮੁੰਦਰ ਆ ਗਏ ਹੈ, ਸਮੁੰਦਰ ਦੇ ਵਿੱਚ ਦੀ ਲੰਘ ਜਾਣਾ, ਸਮੁੰਦਰ ਦੇ ਵਿੱਚ ਉੱਤੇ ਤੁਰੇ ਫਿਰਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸੇ ਤਰ੍ਹਾਂ ਕਰਦੇ ਸੀ, ਸਮੁੰਦਰ ਦੇ ਉੱਤੇ ਹੀ ਲੰਘ ਜਾਂਦੇ ਸੀ। ਕਿਹੜਾ ਗੁਰੂ ਜੀ ਕੋਈ ਜਹਾਜ਼ ਲੱਭਦੇ ਫਿਰਦੇ ਸੀ। ਅਤੇ ਕਿੰਨੇ ਦੇਸ਼ਾਂ ਵਿਦੇਸ਼ਾਂ 'ਚ ਗੁਰੂ ਜੀ ਨੇ ਸਿੱਖਿਆ ਦਿੱਤੀ ਹੈ। ਇਵੇਂ ਸਾਧ ਸੰਗਤ ਜੀ ਆਪ੍ਰਹਤ ਗਤ, ਆਪਣੀ ਮਰਜ਼ੀ ਨਾਲ ਬਿਨਾਂ ਰੋਕੇ ਥੰਮੇ ਰੁਕਾਵਟ ਦੇ ਝੱਟ ਪਾਟੀ ਜਿੱਥੇ ਮਰਜ਼ੀ ਪੁੱਜ ਜਾਣਾ। ਹੁਣੇ ਅਸੀਂ ਜਾਣਾ ਹੋਵੇ ਕਿਤੇ ਦੇਸ਼ ਵਿਦੇਸ਼, ਏਅਰਪੋਰਟ 'ਤੇ ਫੜੇ ਜਾਵਾਂਗੇ, ਕਦੀ ਪਾਸਪੋਰਟ ਦਿਖਾਓ, ਕਈ ਵੀਜ਼ੇ ਲਿਆਓ, ਕਈ ਕੁਝ, ਉਹਨੂੰ ਕੋਈ ਰੁਕਾਵਟ ਨਹੀਂ। ਸਿੱਧੀ ਵਾਲੇ ਨੂੰ ਸਿੱਧਾ ਹੀ ਲੰਘ ਜੂ ਜਹਾਜ਼ ਦੇ ਵਿੱਚ ਵੀ, ਜਹਾਜ਼ 'ਚ ਬਹਿ ਜਾਓ ਫਿਰ ਲੰਘ ਜੂ ਉੱਥੋਂ ਏਅਰਪੋਰਟ ਤੋਂ, ਕਿਤੇ ਦਿਖਣਾ ਹੀ ਨਹੀਂ ਉਹਨੇ। ਇਵੇਂ 18 ਸਿੱਧੀਆਂ ਏ। ਇੱਥੇ ਕਵੀ ਸਾਹਿਬ ਜੀ ਨੇ ਜਿਹੜਾ ਕਿਹਾ ਨਾ ਬਚਨ ਕਿ ਜਿਹ ਤੇ ਨਿੱਧ ਸਿੱਧ ਆਏ, ਹੇ ਮੇਰੇ ਮਨ ਐਸੇ ਸਤਿਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਤੂੰ ਸਿਮਰ, ਉਹਨਾਂ ਨੂੰ ਸਿਮਰਨ ਕਰ, ਉਹਨਾਂ ਨੂੰ ਧਿਆ, ਜਿਨ੍ਹਾਂ ਨੂੰ ਧਿਆਉਣ ਕਰਕੇ ਪਾਪ ਦੇ ਚਲੇ ਜਾਂਦੇ ਹੈ। ਅਤੇ ਨਮਸਕਾਰ ਕੀਤਿਆਂ ਮੱਥਾ ਟੇਕਿਆ 9 ਨਿੱਧੀਆਂ ਦੇ ਮਾਲਕ ਹੋ ਜਾਈਦਾ ਹੈ, 18 ਰਿੱਧੀਆਂ ਸਿੱਧੀਆਂ ਸ਼ਕਤੀਆਂ ਦੇ ਮਾਲਕ ਹੋਈ ਜਾਈਦਾ ਹੈ। ਇਹ ਭਾਈ ਐਸੇ ਸਤਿਗੁਰਾਂ ਨੂੰ ਮੱਥਾ ਹੀ ਟੇਕੋ। ਸਵਈਆ ਪੰਕ ਬਿਖੈ ਬਸਤਾ ਰਸਮੈ। ਹੁਣ ਕਵੀ ਸਾਹਿਬ ਜੀ ਜਿਵੇਂ ਕੋਈ ਤਪ ਬਹੁਤ ਕਰੇ, ਤਪ ਕਰੇ ਵੀ ਮੈਂ ਫਲਾਣੇ ਦੇ ਬਰਾਬਰ ਦਾ ਹੋ ਜਾ ਜਾਂ ਮੈਂ ਉਹ ਤੋਂ ਉੱਤੇ ਹੋ ਜਾ, ਬੜੀ ਘਾਲ ਕਮਾਈ ਕਰੇ, ਬੜਾ ਉਹ ਦੁਖੀ ਹੋ ਕੇ ਸਰੀਰ ਨੂੰ ਕੋਹ ਕੇ ਤਪ ਕਰਿਆ, ਮੈਂ ਪਦਵੀ ਪਾਉਣੀ ਜੋ ਮਰਜ਼ੀ ਹੋ ਜੇ। ਅਤੇ ਉਹ ਜਿਵੇਂ
ਤਪ ਦਾ ਅਲੰਕਾਰ ਬਣ ਕੇ ਕਵੀ ਸਾਹਿਬ ਜੀ, ਜਿਵੇਂ ਸਾਧ ਸੰਗਤ ਜੀ ਧਰੂ ਭਗਤ ਜੀ ਨੇ ਤਪ ਕੀਤਾ ਸੀ ਨਾ, 5 ਸਾਲ ਦੀ ਭਾਵੇਂ ਉਮਰ ਹੈ, ਐਸਾ ਕਠਿਨ ਤਪ ਕੀਤਾ ਵੀ ਪ੍ਰਾਪਤੀ ਕਰਨ ਵਾਸਤੇ ਜਦੋਂ ਮਾਤਾ ਜੀ ਨੇ, ਮਤਰੇਈ ਮਾਂ ਨੇ ਕੁੱਛੜੋਂ ਪਿਤਾ ਜੀ ਤੋਂ ਗੋਦੀ 'ਚੋਂ ਬਾਂਹ ਫੜ ਕੇ ਕੱਢ ਦਿੱਤਾ ਵੀ ਜੇ ਗੋਦੀ ਦਾ ਬਹਿਣ ਦਾ ਹੱਕਦਾਰ ਬਣਦਾ ਤੂੰ ਮੇਰੇ ਪੇਟੋਂ ਜੰਮਦਾ ਤੂੰ। ਅਤੇ ਭਗਤ ਮਹਾਰਾਜ ਜੀ ਨਿਕਲ ਗਏ ਅਤੇ ਬੱਚੇ ਸਨ, ਮੋਤੀਆਂ ਵਰਗੇ ਅਥਰੂ ਗੇਰਦੇ ਰੋਂਦੇ ਜਾਂਦੇ ਆਪਣੀ ਅਸਲੀ ਮਾਂ ਕੋਲ। ਮਾਂ ਨਾਲ ਗੱਲ ਕੀਤੀ ਹੈ, ਫਿਰ ਮਾਂ ਨੇ ਉਪਦੇਸ਼ ਕੀਤਾ, ਪੁੱਤਰ ਭਗਤੀ ਨਹੀਂ ਕੀਤੀ ਜਿਹਦੇ ਕਰਕੇ ਅੱਜ ਮੈਂ ਜਿਹੜੀ ਹੈ ਘਰ ਵਾਲੀ ਹੋ ਕੇ ਵੀ, ਰਾਜ ਮਹਿਲਾਂ ਦੀ ਰਾਣੀ ਹੋ ਕੇ ਵੀ ਗੋਲੀਆਂ ਵਾਂਗ ਰਹਿ ਰਹੀ ਹਾਂ। ਭਗਤ ਜੀ ਰਾਤ ਹੀ ਨਿਕਲ ਗਏ ਸਨ ਚੋਰੀ, ਅਤੇ ਜੰਗਲਾਂ ਵਿੱਚ ਮਧੂਬਨ ਜੰਗਲ 'ਚ ਤਪੱਸਿਆ ਕੀਤੀ ਕਰਨ ਗਏ ਹੈ। ਅਤੇ ਕੀ ਕਰਨ ਤੋਂ ਪਹਿਲਾਂ ਤਪੱਸਿਆ ਕਹਿੰਦੇ ਐਸੀ ਭਗਤੀ ਕਰੂੰਗਾ, ਕਹਿੰਦੇ ਐਸਾ ਮੈਂ ਰਾਜ ਭਾਗ ਪ੍ਰਾਪਤ ਕਰੂੰ ਜਿੱਥੇ ਮੇਰੇ ਦਾਦੇ ਪੜਦਾਦੇ ਨਹੀਂ ਨਾ ਪਹੁੰਚੇ, ਉਹ ਰਾਜ ਮੈਂ ਪ੍ਰਾਪਤ ਕਰਨਾ ਹੈ। ਫਿਰ ਤਾਂ ਐਸਾ ਤਪ ਕੀਤਾ ਭਗਤ ਮਹਾਰਾਜ ਜੀ ਨੇ ਕਿ ਪਹਿਲਾਂ ਤਾਂ ਫਲ ਖਾਂਦੇ ਰਹੇ ਜੰਗਲਾਂ ਵਿੱਚ, ਅਤੇ ਉਹ ਫਲ ਵੀ ਛੱਡ ਦਿੱਤੇ। ਫਿਰ ਹਰੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ ਇਕੱਲੇ, ਅਤੇ ਨਾਲ ਪਾਣੀ ਪੀਂਦੇ। ਉਮਰ 5-6 ਸਾਲ ਹੀ ਹੈ, ਸਰੀਰ ਤਾਂ ਛੋਟਾ ਹੀ, ਬੱਚੇ ਹੀ ਹੈ। ਉਹ ਪੱਤੇ ਜਿਹੜੇ ਨਾ ਸਾਧ ਸੰਗਤ ਜੀ ਉਹ ਵੀ ਖਾਣੇ ਛੱਡ ਦਿੱਤੇ ਬਾਅਦ 'ਚ। ਹਰੇ ਪੱਤਿਆਂ ਤੋਂ ਸੁੱਕਿਆਂ ਪੱਤਿਆਂ ਦੇ ਆ ਗਏ, ਸੁੱਕੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ, ਨਾਲ ਪਾਣੀ ਪੀਆ ਕਰ ਲੈਣਾ। ਫਿਰ ਤਾਂ ਉਹ ਪੱਤੇ ਵੀ ਛੱਡ ਦਿੱਤੇ ਸੁੱਕੇ, ਇਕੱਲਾ ਪਾਣੀ ਨਾਲ ਹੀ ਗੁਜ਼ਾਰਾ। ਪਾਣੀ ਪੀਂਦੇ ਪੀਂਦੇ ਐਸਾ ਸਮਾਂ ਬਣਾ ਲਿਆ, ਤਪ ਕਠਨ ਕਰਤਾ ਵੀ ਉਹ ਪਾਣੀ ਵੀ ਛੱਡ ਦਿੱਤਾ ਭਗਤ ਧਰੂ ਜੀ ਨੇ। ਅਤੇ ਫਿਰ ਕੀ ਕੀਤਾ, ਜਦੋਂ ਪਾਣੀ ਛੱਡ ਦਿੱਤਾ, ਐਸਾ ਸਾਧ ਸੰਗਤ ਜੀ ਆਸਣ ਲਾਇਆ, ਇੱਕ ਲੱਤ ਦੇ ਭਾਰ ਹੋ ਕੇ, ਅਤੇ ਉਹ ਲੱਤ ਨੂੰ ਵੀ ਲੱਤ ਨਹੀਂ ਰਹਿਣ ਦਿੱਤਾ, ਗੂਠਾ ਜਿਹੜਾ ਧਰਤੀ 'ਚ ਗੱਡ ਲਿਆ ਹੈ। ਇੱਕ ਗੂਠੇ ਦੇ ਭਾਰ ਐਸੀ ਭਗਤੀ ਕੀਤੀ, ਸਵਰਗਪੁਰੀ ਵੀ ਡੋਲ ਗਈ, ਬ੍ਰਹਮਪੁਰੀ ਡੋਲ ਗਈ, ਸ਼ਿਵਪੁਰੀ ਡੋਲ ਗਈ, ਸੰਸਾਰ ਦੇ ਵਿੱਚ ਜੀਆਂ 'ਚ ਹਲਚਲ ਮੱਚ ਗਈ। ਇੱਥੋਂ ਤੱਕ ਵਿਸ਼ਨੂੰ ਭਗਵਾਨ ਦਾ ਜਿਹੜਾ ਬੈਕੁੰਠ ਧਾਮ ਹੈ ਨਾ, ਉਹ ਆਸਣ ਵੀ ਡੋਲ ਗਿਆ। ਅਤੇ ਪਰਮੇਸ਼ਰ ਆਪ ਫਿਰ ਪ੍ਰਗਟ ਹੋਏ ਅਤੇ ਧਰੂ ਭਗਤ ਜੀ ਨੂੰ ਰਾਜ ਅਬਚਲ ਬਖਸ਼ਿਆ ਹੈ। ਧਰੂ ਅਟਲ ਅਜਹੂ ਨਹਿ ਟਰਿਓ, ਮਹਾਰਾਜ ਦੀ ਗੁਰਬਾਣੀ ਦੇ ਬਚਨ ਹੈ। ਧਰੂ ਭਾਈ ਅਟਲ ਅਜੇ ਤੱਕ ਟਲਿਆ ਨਹੀਂ ਹੈ। ਜਿਵੇਂ ਧਰੂ ਭਗਤ ਜੀ ਨੇ ਬੜਾ ਤਪ ਕੀਤਾ ਸੀ ਕਠਨ, ਉਹ ਰਾਜ ਦੀ ਪ੍ਰਾਪਤੀ ਵਾਸਤੇ ਇੱਛਾ ਜੀ ਧਾਰ ਕੇ, ਇਵੇਂ ਮਾਨੋ ਕਿ ਜਿਹੜਾ ਕਵਲ ਫੁੱਲ ਹੈ ਉਹ ਤਪ ਹੀ ਕਰ ਰਿਹਾ ਹੈ। ਕਾਹਦੀ ਤਪ ਕਰ ਰਿਹਾ ਕਿ ਮੈਂ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਚਰਨਾਂ ਦੀ ਬਰਾਬਰਤਾ ਪਾ ਲੈਣੀ ਹੈ, ਮੈਂ ਬਰਾਬਰ ਦਾ ਹੋ ਜਾਣਾ ਹੈ। ਉਹ ਕਿਵੇਂ ਉਹਨੇ ਤਪ ਕੀਤਾ ਹੈ, ਕਵੀ ਸਾਹਿਬ ਜੀ ਉਹਦੀ ਪ੍ਰਾਪਤੀ ਦਾ, ਉਹਦੇ ਤਪ ਦਾ ਅਲੰਕਾਰ ਬਣ ਕੇ ਦਰਸਾ ਰਹੇ ਹੈ। ਰਸ ਊਰਦ ਕੋ ਨਿਸਰਾ ਸਰਸੇਰੋ, ਪੰਖ ਬਿਖੈ ਬਸਤਾ ਰਸ ਮੈਂ। ਕਹਿੰਦੇ ਉਹ ਪੰਖ ਕਹੀਏ ਜਿਹੜਾ ਚਿੱਕੜ ਹੈ, ਚਿੱਕੜ ਵਿੱਚ ਜਿਹੜਾ ਹੈ ਬਸਤਾ ਰਸ ਮੈਂ, ਰਸ ਕਹੀਦਾ ਪਾਣੀ ਨੂੰ, ਅਤੇ ਜਾਂ ਜਲ। ਪੰਖ ਕਹੀਏ ਚਿੱਕੜ, ਪੰਖ ਕਹੀਏ ਕਵਲ ਫੁੱਲ। ਕਹਿੰਦੇ ਜਿਵੇਂ ਕਵਲ ਦਾ ਫੁੱਲ ਆ ਚਿੱਕੜ ਦੇ ਵਿੱਚ ਅਤੇ ਜਲ ਦੇ ਵਿੱਚ, ਉਹ ਚਿੱਕੜ ਹੁੰਦਾ ਨਾ, ਚਿੱਕੜ ਜਾਂ ਫਿਰ ਬੜੀ ਜਾਲਾ ਵੱਜਾ ਹੁੰਦਾ ਹੈ, ਉਹ ਜਿਵੇਂ ਵੱਸਦਾ ਹੈ, ਬੜਾ ਤਪ ਕਰ ਰਿਹਾ ਹੈ। ਰਸ ਊਰਦ ਕੋ ਨਿਸਰਾ ਸਰਸੇਰੋ, ਫਿਰ ਉਹ ਕੀ ਤਪ ਕਰ ਰਿਹਾ ਕਵਲ ਦਾ ਫੁੱਲ ਕਿ ਉਹ ਛੱਪੜ ਵਿੱਚ ਚਿੱਕੜ 'ਚ ਹੀ ਪੈਦਾ ਹੋਇਆ, ਚਿੱਕੜ ਤੋਂ ਨਿਰਲੇਪ ਰਹਿ ਰਿਹਾ ਹੈ, ਚਿੱਕੜ ਨਹੀਂ ਲੱਗਣ ਦਿੰਦਾ ਆਪਣੇ ਆਪ ਨੂੰ। ਅਤੇ ਰਸ ਕਹੀਏ ਜਿਹੜਾ ਜਲ ਹੈ ਉਹ ਤੋਂ ਉੱਚਾ ਹੋ ਕੇ ਨਿਸਰਿਆ ਹੋਇਆ ਹੈ। ਸਰਸੇਰੋ ਕਹੀਏ ਕਵਲ ਦਾ ਫੁੱਲ, ਕਵਲ ਦਾ ਫੁੱਲ ਉਹ ਜਲ ਤੋਂ ਇਵੇਂ ਉੱਚਾ ਹੋ ਕੇ ਰਹਿ ਰਿਹਾ ਹੈ, ਅਤੇ ਭਾਵੇਂ ਚਿੱਕੜ ਹੈ, ਚਿੱਕੜ ਨੂੰ ਲੱਗਣ ਨਹੀਂ ਦੇ ਰਿਹਾ। ਗਰੀਬ ਲੋ ਨੀਰ ਮੈਂ ਤੀਰ ਧਰੇ, ਤਪ ਕਰ ਰਿਹਾ ਬੜਾ ਕਠਨ। ਕੀ ਕਰ ਰਿਹਾ ਉਹ, ਜਿਹੜੀ ਧੌਣ ਤੱਕ ਸਾਧ ਸੰਗਤ ਜੀ ਪਾਣੀ ਵਿੱਚ ਉਹਦੀ ਧੌਣ ਜਿਹੜੀ ਨਾ, ਧੌਣ ਤੱਕ ਪਾਣੀ ਹੈ, ਅਤੇ ਧੀਜ ਧਰ ਕੇ ਐ ਇੱਕ ਸਾਰ ਖੜਾ ਹੈ। ਇੱਕ ਪੈਰ ਖਰੋ ਥਿਰ ਹੋਵੈ ਰਵਹੇਰੋ, ਆਹ ਤਪ ਕਰ ਰਿਹਾ ਕਵੀ ਜੀ ਇੱਥੇ ਦੱਸ ਦਿੱਤਾ ਹੈ। ਕਹਿੰਦੇ ਪਹਿਲੀ ਤਾਂ ਗੱਲ ਇਹ
ਵੀ ਚਿੱਕੜ ਦੇ ਵਿੱਚ ਜੋ ਜਾਲਾ ਵੱਜਾ ਉਹ ਪਾਣੀ ਦੇ ਵਿੱਚ ਵਸ ਰਿਹਾ ਕਵਲ ਦਾ ਫੁੱਲ, ਫਿਰ ਉੱਚਾ ਹੋ ਕੇ ਨਿਸਰਿਆ ਹੋਇਆ, ਉੱਤੇ ਨਿਕਲਿਆ ਹੋਇਆ। ਅਤੇ ਜਿਹੜਾ ਪਾਣੀ ਹੈ, ਪਾਣੀ ਵਿੱਚ ਧੌਣ ਤੱਕ ਉਹਦੇ ਪਾਣੀ ਹੈ, ਕਵਲ ਦੀ ਨਾਲੀ ਤੱਕ। ਅਤੇ ਇੱਕ ਪੈਰ ਖੜੋ ਥਿਰ ਹੋਇਆ ਰਵ ਹੇਰੋਂ, ਇੱਕ ਪੈਰ 'ਤੇ ਖੜਾ ਮਤਲਬ ਜਿਹੜੀ ਕਵਲ ਫੁੱਲ ਦੀ ਨਾਲੀ ਹੈ ਨਾ, ਉਹ ਮਾਨੋ ਕਿ ਦਾ ਇੱਕ ਪੈਰ ਹੈ। ਅਤੇ ਰਵ ਹੇਰੋ ਸੂਰਜ ਨੂੰ ਵੇਖ ਰਿਹਾ ਹੈ, ਸੂਰਜ ਨਾਲ ਹੀ ਖੇਡਦਾ ਹੈ ਨਾ। ਅਤੇ ਇੱਕ ਜੂਨ ਹੈ, ਇਹ ਜਿਹੜਾ ਫੁੱਲ ਹੈ ਨਾ ਇੱਕ ਜੂਨ ਹੈ, ਕੋਈ ਐਵੇਂ ਨਹੀਂ ਹੈ ਉਹ ਕਿ ਫੁੱਲ ਐਵੇਂ ਤੁਰੇ ਫਿਰਦੇ ਆ। ਉਹਨਾਂ ਸਾਧ ਸੰਗਤ ਜੀ ਜੂਨ ਹੈ, ਤੋੜਾਂਗੇ ਅਤੇ ਵੇਖੋ ਸੁੱਕ ਜਾਂਦਾ, ਭਾਵ ਮਰ ਜਾਂਦਾ ਹੈ, ਉਹ 'ਚ ਜਾਨ ਹੈ। ਇਵੇਂ ਉਹ ਤਪ ਕਰ ਰਿਹਾ ਗੁਰੂ ਦੇ ਚਰਨਾਂ ਦੀ ਸਮਾਨਤਾ ਪਾਉਣ ਵਾਸਤੇ। ਅਤੇ ਰਵ ਕਹੀਏ ਜਿਹੜਾ ਸੂਰਜ ਹੈ ਉਹਨੂੰ ਇੱਕ ਸਾਰ ਐ ਤੱਕੀ ਜਾ ਰਿਹਾ ਹੈ। ਆਤਪ ਸੀਤ ਸਹਿ ਬਰਖਾ, ਫਿਰ ਧੁੱਪ ਸੂਰਜ ਦੀ ਸਹਿ ਰਿਹਾ। ਜਦੋਂ ਧੁੱਪ ਜਾਂਦੀ ਅਤੇ ਮੀਂਹ ਤੇਜ਼ ਪੈਂਦਾ ਅਤੇ ਮੀਂਹ ਆਪਣੇ ਸੀਸ ਉੱਪਰ, ਕਿੰਨਾ ਮੀਂਹ ਤੇਜ਼ ਆਵੇ ਅਤੇ ਉਹਨੇ ਕਿਹੜਾ ਅੰਦਰ ਕਿਤੇ ਹੋ ਜਾਣਾ। ਉਹ ਮੀਂਹ ਵਰਸ਼ਾ ਨੂੰ ਵੀ ਸਹਿ ਰਿਹਾ ਆਪਣੇ ਆਹ ਸੀਸ ਦੇ ਉੱਪਰ। ਧੁੱਪ ਵੀ ਐਂ ਜਲ ਰਿਹਾ ਹੈ, ਕਿੰਨਾ ਮਹਾਨ ਤਪ ਹੈ। ਆਹ ਸੂਰਜ ਵੱਲ ਵੇਖੋ ਤੁਸੀਂ 2 ਮਿੰਟ ਭਲਾ, 2 ਮਿੰਟ ਕੀ ਹੈ, ਨਿਮਖ ਮਾਤਰ ਝਮੱਕੇ ਮਾਤਰ ਵੀ ਨਹੀਂ ਵੇਖਿਆ ਜਾਂਦਾ, ਪਰ ਉਹ ਇੱਕ ਸਾਰ ਵੇਖ ਰਿਹਾ। ਇਹ ਉਹਦਾ ਤਪ ਹੈ ਕਵਲ ਫੁੱਲ ਦਾ। ਧੁੱਪ ਸਹਿ ਰਿਹਾ ਹੈ, ਠੰਡ ਸਹਿ ਰਿਹਾ ਹੈ, ਮੀਂਹ ਪੈਂਦਾ ਅਤੇ ਉਹਦੀ ਵਰਸ਼ਾ ਬੱਦਲਾਂ ਦੀ ਬੜੀ ਸਹਿ ਰਿਹਾ ਹੈ। ਤਪ ਸਾਧਤ ਯਾ ਬਿਦ ਕਰੂਰ ਕਨੇਰੋ, ਇਵੇਂ ਕਵੀ ਸਾਹਿਬ ਜੀ ਕਹਿ ਰਹੇ ਹੈ ਵੀ ਉਹ ਜਿਹੜਾ ਕਵਲ ਫੁੱਲ ਹੈ ਤਪ ਬੜਾ ਸਾਧ ਰਿਹਾ ਹੈ। ਯਾ ਬਿਦ ਇਸ ਵਿਧੀ ਨਾਲ, ਕਰੂਰ ਕਹੀਏ ਬਹੁਤਾ ਹੀ ਕਰੜਾ, ਬਹੁਤਾ ਹੀ ਸਖਤ, ਕਿ ਕਿੰਨਾ ਸਖਤ ਤਪ ਹੈ। ਸੂਰਜ ਨੂੰ ਵੇਖਣਾ, ਚਿੱਕੜ 'ਚ ਰਹਿ ਕੇ ਉੱਚੇ ਰਹਿਣਾ, ਫਿਰ ਠੰਡ ਹੋਵੇ ਗਰਮੀ ਹੋਵੇ ਮੀਂਹ ਪਵੇ ਅਤੇ ਬਾਹਰ ਉੱਥੇ ਜਲ 'ਚ ਹੀ ਰਹਿਣਾ। ਅਤੇ ਜਲ ਵੀ ਉਹਦੀ ਧੌਣ ਤੱਕ ਹੈ। ਜਿਵੇਂ ਕੋਈ ਸੰਤ ਕਰਦੇ ਨਾ ਜਲ ਧਾਰਾ, ਠੰਡ ਦੇ ਦਿਨਾਂ ਵਿੱਚ ਨਦੀ ਵਿੱਚ ਖੜ੍ਹ ਕੇ ਸਿਰਫ ਧੌਣ ਹੀ ਆਪਣੀ ਬਾਹਰ ਰੱਖਦੇ ਹੈ ਅਤੇ ਪਰਮੇਸ਼ਰ ਨੂੰ ਯਾਦ ਕਰਦੇ ਹੈ, ਸਰੀਰ ਨੂੰ ਕਸ਼ਟ ਦੇ ਕੇ ਵੀ ਕਿਤੇ ਨੀਂਦ ਨਾ ਆਵੇ, ਇਹ ਤਪ ਕਰਦੇ। ਇਵੇਂ ਉਹ ਕਵਲ ਫੁੱਲ ਤਪ ਕਰ ਰਿਹਾ ਬੜਾ ਕਰੜਾ ਸਖਤ। ਸ੍ਰੀ ਹਰਿ ਰਾਏ ਕੇ ਪਾਏ ਸਮਾਨਤਾ, ਸਤਿਗੁਰੂ ਹਰਿ ਰਾਏ ਮਹਾਰਾਜ ਜੀ ਦੇ ਪਾਏ ਕਈ ਚਰਨਾਂ ਦੀ ਸਮਾਨਤਾ, ਬਰਾਬਰਤਾ ਨੂੰ ਪਾਉਣ ਵਾਸਤੇ। ਪਾਏ ਨਾ ਕੰਜ ਉਪਾਏ ਬਤੇਰੋ, ਕੰਜ ਕਹੀਏ ਕੰਗ ਨਾਮ ਹੈ ਜਲ ਦਾ, ਜ ਨਾਮ ਹੈ ਜਨਮ ਦਾ। ਜੋ ਜਲ ਤੋਂ ਜਨਮਿਆ ਉਹ ਕੀ ਹੈ? ਕਵਲ ਫੁੱਲ। ਕਹਿੰਦੇ ਕਵਲ ਫੁੱਲ ਵਿਚਾਰਾ ਉਪਾਏ ਬਥੇਰੋ, ਬੜੇ ਉਹ ਤਪ ਸਾਧ ਰਿਹਾ ਹੈ ਵੀ ਮੈਂ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਚਰਨਾਂ ਦੀ ਬਰਾਬਰੀ ਪਾਣਾ, ਪਰ ਕਹਿੰਦੇ ਉਹ ਪਾ ਨਹੀਂ ਸਕਿਆ, ਨਹੀਂ ਪਾ ਸਕਦਾ, ਕਿਉਂਕਿ ਕਵਲ ਦਾ ਫੁੱਲ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ, ਕਿਸੇ ਦਾ ਦੁੱਖ ਨਹੀਂ ਦੂਰ ਕਰ ਸਕਦਾ, ਕਿਸੇ ਨੂੰ ਬ੍ਰਹਮ ਗਿਆਨ ਨਹੀਂ ਬਖਸ਼ ਸਕਦਾ। ਗੁਰੂ ਜੀ ਦੇ ਚਰਨ 'ਤੇ ਵੇਖੋ ਕੋਈ ਦਲਿੱਦਰੀ ਆ ਜੇ, ਵੈਰੀ ਆ ਜੇ, ਮਿੱਤਰ ਆ ਜੇ, ਸਭ ਨੂੰ ਬ੍ਰਹਮ ਗਿਆਨ ਸੁੱਖ ਖੇੜਾ ਬਖਸ਼ਣ ਵਾਲੇ ਹੈ। ਇਵੇਂ ਕਿੱਥੇ ਗੁਰੂ ਦੇ ਚਰਨ, ਕਿੱਥੇ ਕਵਲ ਫੁੱਲ। ਫਿਰ ਵੀ ਕਵਲ ਫੁੱਲ ਦੀ ਮਹਾਨਤਾ ਵੀ ਤਪ ਕਰ ਰਿਹਾ ਵੀ ਮੈਂ ਗੁਰੂ ਦੇ ਚਰਨਾਂ ਨਾਲ ਮਿਲ ਜਾਵਾਂ। ਕਵੀ ਜੀ ਕਹਿੰਦੇ ਵਿਚਾਰਾ ਉਪਾਏ ਤੇ ਬੜੇ ਕਰ ਰਿਹਾ ਹੈ, ਪਰ ਸਤਿਗੁਰੂ ਜੀ ਦੇ ਚਰਨਾਂ ਦੀ ਸਮਾਨਤਾ ਬਰਾਬਰਤਾ ਪਾ ਨਹੀਂ ਸਕਿਆ। ਦੋਹਰਾ ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੋ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ। 8ਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ। ਗੁਰ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖੁਜਾਏ। ਜਿਨ੍ਹਾਂ ਸਤਿਗੁਰਾਂ ਨੂੰ ਧਿਆਉਣ ਦੇ ਨਾਲ, ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਹੈ। ਮਾਨੋ ਵੀ ਉਹ ਜਿਹੜੇ 10ਵੇਂ ਪਾਤਸ਼ਾਹ ਜੀ ਨੇ ਅਰਦਾਸ ਵਿੱਚ ਬਚਨ ਲਿਖੇ ਹੈ, ਉਹਨਾਂ ਦਾ ਅਲੱਥਾ ਕਵੀ ਜੀ ਦੋਹਰਾ ਰੂਪ ਵਿੱਚ ਦੱਸ ਰਹੇ ਹੈ। ਜੋ ਸਤਿਗੁਰੂ ਸ਼੍ਰੋਮਣੀ ਹਰੀ ਪਰਮਾਤਮਾ ਕ੍ਰਿਸ਼ਨ ਰੂਪ, ਕ੍ਰਿਸ਼ਨ ਤੋਂ ਭਾਵ ਜੋ ਪਰਮਾਤਮਾ ਹੈ, ਅਤੇ ਜੋ ਕ੍ਰਿਸ਼ਨ ਭਗਵਾਨ ਦੇ ਵੀ ਗੁਰੂ ਹੈ, ਵੱਡੇ ਹੈ ਉਹਨਾਂ ਤੋਂ। ਉਹ ਅਵਤਾਰ ਸਾਰੇ ਸਤਿਗੁਰੂ ਜੀ ਦੇ ਅਧੀਨ ਹੈ, ਗੁਰੂ ਜੀ ਵਿੱਚੋਂ ਹੀ ਲੀਨ ਹੁੰਦੇ, ਗੁਰੂ ਜੀ ਵਿੱਚ ਹੀ ਜਿਹੜੇ ਪ੍ਰਗਟ ਹੁੰਦੇ ਹੈ।
ਐਸੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜਿਹੜਾ ਭਾਈ ਦਰਸ਼ਨ ਹੈ, ਉਹ ਦਰਸ਼ਨ ਨੂੰ ਨਿਪੁੰਨ ਹਰਨ ਜੁਰਤੀਨ। ਜੋ ਸਤਿਗੁਰੂ ਜੀ ਦਾ ਦਰਸ਼ਨ ਹੈ ਬੜਾ ਨਿਪੁੰਨ ਹੈ। ਭਾਵ ਨਿਪੁੰਨ ਦਾ ਮਤਲਬ ਹਰ ਕੋਈ ਕੰਮ ਕਰ ਲੈਣ ਵਾਲਾ। ਤੇ ਨਿਪੁੰਨ ਹਰਨ, ਜੋ ਸਤਿਗੁਰੂ ਨਿਪੁੰਨ ਕਹੀਏ ਬੜੇ ਪ੍ਰਵੀਣ ਹੈ, ਅੰਤਰਜਾਮੀ ਹੈ, ਸੁਗੜ ਸਜਾਣ ਹੈ। ਤੇ ਹਰਨ ਜੁਰ ਜਿਹੜੇ 3 ਪਾਪ ਹੈ, ਆਦਿ ਵਿਆਧੀ ਉਪਾਧੀ, ਮਨ ਦੇ ਰੋਗ, ਸਰੀਰ ਦੇ ਰੋਗ ਤੇ ਜਿਹੜੇ ਹੈ ਉਪਦਰਵ ਹੈ। ਇਹ 3 ਰੋਗ ਜਿਹੜੇ, ਇਹਨਾਂ 3 ਦੁੱਖਾਂ ਨੂੰ ਜਿਹੜੇ ਸਤਿਗੁਰੂ ਜੀ 3 ਰੋਗਾਂ ਨੂੰ, ਸਾਰੇ ਤਕਰੀਬਨ ਰੋਗਾਂ ਨੂੰ ਹਰਨ ਨਾਸ ਕਰ ਦੇਣ ਵਾਲੇ ਐਸੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਦਰਸ਼ਨ ਹੈ। ਚਰਨ ਮਨੋਹਰ ਬੰਧਨਾ, ਜੋ ਸਤਿਗੁਰੂ ਜੀ ਦੇ ਚਰਨ ਹੈ ਮਨ ਨੂੰ ਮੋਹ ਲੈਣ ਵਾਲੇ ਤੇ ਮਨ ਦੇ ਮਨੋਹਰ ਕੀਏ ਖਿਆਲਾਂ ਨੂੰ ਪੂਰੇ ਕਰ ਦੇਣ ਵਾਲੇ। ਮੈਂ ਐਸੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਨਮਸਕਾਰ ਕਰਦਾ ਮੈਂ ਕਵੀ। ਜਿਨ ਸਿੱਖਨ ਸੁਖ ਕੀਨ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਸੁਖ ਕੀਤਾ। ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਸੀ। ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਜਿਹੜਾ ਸਾਧ ਸੰਗਤ ਜੀ ਗੁਰੂ ਜੀ ਨੂੰ ਆ ਕੇ ਪਾਸ ਆ ਕੇ ਸਿੱਖ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਦਿੱਲੀ ਸਾਰੀ ਖਾਲੀ ਹੋ ਜਾਣੀ ਹੈ, ਮਰ ਚੱਲੇ ਦੁਨੀਆ ਦੇ ਲੋਕ, ਚੇਚਕ ਦਾ ਰੋਗ ਹੋ ਗਿਆ ਹੈ। ਮਹਾਰਾਜ ਕਹਿੰਦੇ ਭਾਈ ਸਾਡੇ ਚਰਨਾਂ ਦਾ ਜਿਹੜਾ ਜਲ ਹੈ ਉਹ ਜਿਹੜਾ ਕੋਈ ਛਕ ਲਏਗਾ, ਚਰਨ ਪਾ ਲਏ, ਉਹ ਠੀਕ ਹੋ ਜਾਏਗਾ। ਬੜੀ ਸੰਗਤ ਆਉਣ ਲੱਗੀ, ਲੈਣਾ ਦੀਆਂ ਲੈਣਾ, ਭੀੜਾਂ ਦੀਆਂ ਭੀੜਾਂ ਲੱਗ ਗਈਆਂ, 17 ਦੀਆਂ 17, ਪੰਗਤੀਆਂ ਦੀਆਂ ਪੰਗਤੀਆਂ। ਫਿਰ ਅਖੀਰੀ ਗੁਰੂ ਜੀ ਨੇ ਕਿਹਾ ਵੀ ਸੰਗਤ ਜ਼ਿਆਦਾ ਆਉਣ ਲੱਗ ਪਈ ਹੈ ਤੇ ਐਵੇਂ ਕਿਸੇ ਦੀ ਵਾਰੀ ਨਹੀਂ ਆਉਣੀ ਹੈ। ਗੁਰੂ ਜੀ ਨੇ ਆਪਣੇ ਚਰਨ ਜਿਹੜੇ ਹੈ ਸਾਧ ਸੰਗਤ ਜੋ ਜਲ ਨਾਲ ਪਵਿੱਤਰ ਕਰਕੇ ਤੇ ਇੱਕ ਚਬੱਚੇ ਵਿੱਚ ਪਵਾ ਦਿੱਤਾ। ਉਹ ਜਲ ਵਿੱਚੋਂ ਗੁਰੂ ਜੀ ਨੇ ਕਿਹਾ ਜਿਹੜਾ ਵੀ ਇਹਦੇ ਵਿੱਚੋਂ ਜਲ ਲੈ ਲਵੇਗਾ ਉਹੀ ਠੀਕ ਹੋ ਜਾਏਗਾ। ਇੰਨੇ ਦਿੱਲੀ ਸਾਰੀ ਜਿਹੜੀ ਚੇਚਕ ਦੀ ਬਿਮਾਰੀ ਨਾਲ ਮਰ ਚੱਲੀ ਸੀ ਉਹ ਠੀਕ ਸਾਰੇ ਹੋਈ ਜਾਣ, ਜੋ ਜੋ ਛਕੀ ਜਾਣ। ਗੁਰੂ ਜੀ ਦੀ ਮਹਾਨ ਮਹਿਮਾ ਛਾ ਗਈ। ਅੱਜ ਉੱਥੇ ਉਹ ਸਥਾਨ ਸਤਿਗੁਰੂ ਜੀ ਦਾ ਬੜਾ ਸੁੰਦਰ ਬਣਿਆ ਹੋਇਆ ਹੈ। ਕਵੀ ਸਾਹਿਬ ਜੀ ਦਾ ਉਹ ਬਚਨਾਂ ਵੱਲ ਇਸ਼ਾਰਾ ਹੈ। ਅਤੇ ਜਿਹੜੇ 10ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ ਕਿ ਗੁਰ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਵੀ ਸਤਿਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਈਏ ਅਤੇ ਦਰਸ਼ਨ ਕੀਤਿਆਂ ਸਾਰੇ ਭਾਈ ਦੁੱਖ ਚਲੇ ਜਾਂਦੇ ਹੈ। ਕਵੀ ਜੀ ਕਹਿੰਦੇ ਜਿਨ੍ਹਾਂ ਗੁਰਾਂ ਨੇ ਆਪਣੇ ਸਿੱਖਾਂ ਨੂੰ ਸੁੱਖ ਕੀਤਾ ਹੈ, ਸੁੱਖ ਦਿੱਤਾ ਹੈ, ਰੋਗ ਦੂਰ ਕੀਤੇ ਹੈ, ਮੈਂ ਉਹ ਸਤਿਗੁਰਾਂ ਦੇ ਚਰਨਾਂ ਦੇ ਭਾਈ ਡੰਡੌਤ ਬੰਦਨਾ ਅਨਕ ਵਾਰ ਆ ਮੱਥਾ ਹੀ ਟੇਕਦਾ ਹਾਂ ਬੜੀ ਵਾਰ। ਕਪਿਤ ਅਮਲ ਕਮਲ ਜੁਗ ਅਰਨ ਲਲਤ ਪਲ, ਭਾਈ ਜਿਵੇਂ ਕਮਲ ਦਾ ਫੁੱਲ ਉਹ ਚਿੱਕੜ ਤੋਂ ਉਹ ਮੈਲ ਤੋਂ ਰਹਿਤ ਰਹਿੰਦਾ, ਬੜਾ ਉਜਲ ਨਿਰਮਲ ਰਹਿੰਦਾ ਹੈ, ਉਹਨੂੰ ਮੈਲ ਨਹੀਂ ਲੱਗਦੀ। ਅਮਲ ਕਮਲ, ਜਿਵੇਂ ਕਮਲ ਦਾ ਫੁੱਲ ਉਜਲ ਹੈ, ਇਵੇਂ ਸਤਿਗੁਰੂ ਜੀ ਦੇ ਜਿਹੜੇ ਚਰਨ ਹੈ ਯੁਗ, ਦੋਵੇਂ ਗੁਰੂ ਦੇ ਚਰਨ ਉਹ ਵੀ ਉਜਲ ਹੈ, ਮਹਾਨ ਹੀ ਉਜਲ ਗੁਰੂ ਜੀ ਦੇ ਚਰਨ। ਫਿਰ ਕਮਲ ਦਾ ਫੁੱਲ ਕੀ ਹੈ, ਬੜੀ ਲਾਲੀ ਮਾਰਦਾ, ਲਾਲ ਰੰਗ ਦਾ ਹੁੰਦਾ ਹੈ, ਚਿੱਟੇ ਰੰਗ ਦੇ ਵੀ ਹੁੰਦੇ, ਰਾਤ ਖਿੜਦੇ ਆ, ਜਿਹੜੇ ਦਿਨੇ ਖਿੜਦੇ ਲਾਲ ਰੰਗ ਦੇ। ਅਤੇ ਲਲਿਤ ਕਹੀਏ ਬੜੇ ਸੁੰਦਰ, ਜੋ ਬੜੇ ਭਲੇ ਬੜੇ ਸੁੰਦਰ ਹੈ, ਫੁੱਲ ਲੱਗਦੇ, ਲਾਲੀ ਮਾਰਦੇ। ਇਵੇਂ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਿਹੜੇ 6.5 ਪੌਣੇ 7 ਕੁ ਸਾਲ ਦੇ ਜਿਹੜੇ ਸਤਿਗੁਰੂ ਜੀ ਹੈ, ਬੜਾ ਸੁੰਦਰ ਸਰੂਪ ਹੈ ਮਹਾਰਾਜ ਜੀ ਦਾ। ਅਤੇ ਚਰਨ ਗੁਰੂ ਜੀ ਦੇ ਜਿਹੜੇ ਦੋਨੋਂ ਚਰਨ ਹੈ ਕਮਲ ਫੁੱਲ ਦੀ ਤੋਂ ਵੀ ਕਈ ਗੁਣਾ ਵੱਧ ਸਾਧ ਸੰਗਤ ਜੀ ਨਿਰਮਲ ਅਤੇ ਬੜੇ ਭਲ ਕਹੀਏ ਬੜੇ ਸੁੰਦਰ, ਬੜੇ ਡਾਢੇ, ਅਤੇ ਲਲਿਤ ਕਹੀਏ ਬੜੇ ਸੁੰਦਰ। ਅਤੇ ਦੋਵੇਂ ਚਰਨ ਗੁਰੂ ਜੀ ਦੇ ਬੜੇ ਲਾਲੀ ਮਾਰਦੇ, ਬੜੇ ਲਾਲ ਸੁਰਖ ਹੈ ਗੁਰੂ ਜੀ ਦੇ ਚਰਨ। ਤਾਂ ਕਿ ਦਲ ਅਵਲੀ ਸੋ ਹੀਰ ਕੀ ਜਟੀ ਸੀ, ਅਤੇ ਜਿਹੜੀਆਂ ਕਮਲ ਫੁੱਲ ਦੀਆਂ ਦਾਲ ਕਹੀਏ ਪੱਤਿਆਂ ਦੀਆਂ ਅਵਲੀ ਕਹੀਏ ਭਗਤੀਆਂ, ਉਹ ਬੜੀਆਂ ਸੁੰਦਰ ਲੱਗਦੀਆਂ, ਤਿਰਛੀਆਂ ਹੁੰਦੀਆਂ ਹੈ। ਅੱਜ ਜਿਵੇਂ ਅੱਖਾਂ ਹੁੰਦੀਆਂ ਨਾ ਆਪਣੀਆਂ, ਇਵੇਂ ਤਿਰਛੀਆਂ ਹੁੰਦੀਆਂ, ਬੜੀਆਂ ਸੁੰਦਰ ਲੱਗਦੀਆਂ। ਕਹਿੰਦੇ ਮਾਨੋ ਵੀ ਸਤਿਗੁਰੂ ਜੀ ਦੇ ਜਿਹੜੇ ਚਰਨ ਹੈ, ਚਰਨ ਕਮਲ ਹੈ, ਉਹਨਾਂ ਚਰਨਾਂ ਕਮਲਾਂ ਦੇ ਜਿਹੜੀਆਂ ਗੁਰੂ ਜੀ ਦੇ ਉਂਗਲਾਂ ਹੈ ਨਾ ਚਰਨਾਂ ਦੀਆਂ, ਉਹਨਾਂ ਦੇ ਉੱਤੇ ਜਿਹੜੇ 9 ਲੱਗੇ ਹੋਏ ਹੈ। ਕਿਉਂਕਿ ਅਖੀਰਲੀ ਪੰਕਤੀ ਹੈ ਨਖ ਸਸ ਸਕਲ ਸੇ, ਨਖ ਦਾ ਅਰਥ ਭਾਵ 9,
ਵੀ ਗੁਰੂ ਜੀ ਦੇ ਚਰਨ ਐਸੇ ਹੈ, ਚਰਨਾਂ ਉੱਪਰ ਉਂਗਲੀਆਂ ਉੱਪਰ ਜਿਹੜੇ ਲੱਗੇ ਹੈ ਉਹ 9 ਦੇ ਕਹਿੰਦੇ 9 ਦੀਆਂ ਪੰਕਤੀਆਂ ਐਵੇਂ ਹੈ, ਮਾਨੋ ਕਿ ਜਿਵੇਂ ਹੀਰੇ ਨਾ ਜਿਹੜੇ ਹੀਰੇ ਉਹੀ ਚਰਨਾਂ ਉੱਪਰ ਜੜੇ ਹੋਏ ਐ। ਕਿਦੋਂ ਉੱਡ ਪਾਤ ਹਿਤ ਆਪ ਚਿਤ ਲੋਕ ਮਾਤ। ਜਾਂ ਇੱਕ ਦੇ ਪ੍ਰਮਾਣ ਹੈ ਵੀ ਮਾਨੋ ਕਿ ਜਿਵੇਂ ਹੀਰੇ ਜੜੇ ਹੋਏ। ਤੇ ਫਿਰ ਕਹਿੰਦੇ ਜਾਂ ਫਿਰ ਇੰਝ ਸਮਝ ਲਓ ਭਾਈ, ਉੱਡ ਕਹੀਏ ਜਿਹੜੇ ਤਾਰੇ ਨਾ, ਤਾਰਿਆਂ ਦੀ ਪਾਂਤ ਕਹੀਏ ਪੰਕਤੀਆਂ ਹੈ, ਮਾਨੋ ਕਿ ਉਹ ਤਾਰੇ ਦੀਆਂ ਪੰਕਤੀਆਂ ਹੀ ਚਿੱਤ ਦੇ ਵਿੱਚ ਆਪ ਚਿੱਤ ਆਪਣਾ ਚਿੱਤ ਵਿੱਚ ਹਿੱਤ ਭਲਾ ਧਾਰ ਕੇ ਤੇ ਮਾਤ ਲੋਕ ਤੇ ਆ ਗਏ ਹੁਣ ਵੀ ਜਾ ਕੇ ਤੇ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਉੱਪਰ ਸੱਜ ਜਾਈਏ। ਮਾਨੋ ਕਿ ਉਹ ਤਾਰੇ ਆਪਣਾ ਭਲਾ ਸੋਚਣ ਵਾਸਤੇ ਭਲਾ ਸੋਚ ਕੇ ਤੇ ਸਤਿਗੁਰ ਜੀ ਦੇ ਜਿਹੜੇ ਚਰਨਾਂ ਦੀਆਂ ਉਂਗਲਾਂ ਹੈ ਉਹਨਾਂ ਉੱਪਰ 9 ਰੂਪ ਹੋ ਕੇ ਸੱਜ ਰਹੇ ਹੈ। ਤੋ ਜੀ ਨਭ ਗਤ ਥਿਤ ਐਸੀ ਬਿਦ ਠਟੀ ਸੀ। ਇਸ ਤਰ੍ਹਾਂ ਉਹਨਾਂ ਤਾਰਿਆਂ ਨੇ ਜਿਹੜਾ ਆਕਾਸ਼ ਦੇ ਵਿੱਚ ਫਿਰਨਾ ਤੁਰਨਾ ਸੀ ਨਾ ਉਹ ਛੱਡ ਕੇ ਵੀ ਐਵੇਂ ਤੁਰੇ ਫਿਰਦੇ ਆ ਤੇ ਇਹ ਐਸੀ ਬਿਦ ਠੱਡ ਲਈ ਵੀ ਗੁਰੂ ਜੀ ਦੇ ਚਰਨਾਂ 'ਤੇ ਜਾ ਕੇ ਸੱਜ ਜਾਈਏ। ਵੀ ਤਾਰੇ ਜਿਹੜੇ ਹੈ ਉਹ ਪਰਿਕਰਮਾ ਕਰਦੇ ਧਰੂ ਭਗਤ ਜੀ ਦੀਆਂ ਵੀ, ਧਰੂ ਅਟਲ ਅਜਹੂ ਨਹਿ ਟਰਿਓ, ਧਰੂ ਭਗਤ ਦੀਆਂ ਪਰਿਕਰਮਾ ਕਰਦੇ ਆ ਭਗਤ ਜੀ ਦੀਆਂ, ਤੇ ਪਰਮੇਸ਼ਰ ਦੀਆਂ ਪਰਿਕਰਮਾ ਕਰਦੇ ਆ ਤਾਰੇ। ਸਾਨੂੰ ਨਹੀਂ ਨਜ਼ਰ ਹੀ ਆਉਂਦੇ ਕਿਉਂਕਿ ਉਹ ਬੜੀ ਦੂਰ ਦ੍ਰਿਸ਼ਟੀ ਦੇ ਵਿੱਚ ਹੈ ਤੇ ਨਾਲੇ ਵੈਸੇ ਵੀ ਸਾਡੀਆਂ ਅੱਖਾਂ ਇੰਨੀਆਂ ਵਿਸ਼ਾ ਨਹੀਂ ਕਰ ਸਕਦੀਆਂ ਇਹੋ ਜਿਹੀਆਂ ਚੀਜ਼ਾਂ ਨੂੰ। ਅਸੀਂ ਧਰਤੀ 'ਤੇ ਰਹਿ ਰਹੇ ਹਾਂ ਤੇ ਸਾਨੂੰ ਧਰਤੀ ਦਾ ਹੀ ਨਹੀਂ ਪਤਾ ਵੀ ਧਰਤੀ ਕਿਵੇਂ ਹੈ ਕਿੱਦਾਂ, ਤੇ ਤਾਰੇ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਤਾਰਿਆਂ ਨੇ ਮਾਨੋ ਕਹਿੰਦੇ ਵੀ ਐਸੀ ਵਿਧੀ ਠੱਟ ਲਈ ਹੈ, ਐਸੀ ਧਾਰ ਲਈ ਹੈ ਵੀ ਆਕਾਸ਼ ਵਿੱਚ ਵੀ ਤੁਰੇ ਫਿਰਦੇ ਹਾਂ। ਤੇ ਜਾਂ ਐਵੇਂ ਸਮਝ ਲਓ ਸਾਧ ਸੰਗਤ ਜੀ, ਕਈ ਅਰਥ ਇਵੇਂ ਵੀ ਕੀਤਾ ਜਾਂਦਾ ਵੀ ਤਜੀ ਨਾ ਭਗਤ, ਵੀ ਤਾਰਿਆਂ ਨੇ ਭਗਤੀ ਨਹੀਂ ਛੱਡੀ। ਪਹਿਲਾਂ ਦੇ ਆਕਾਸ਼ ਵਿੱਚ ਪਰਿਕਰਮਾ ਕਰਦੇ ਰਹੇ ਧਰੂ ਭਗਤ ਦੀਆਂ ਤੇ ਪਰਮੇਸ਼ਰ ਦੀਆਂ, ਹੁਣ ਉਹਨਾਂ ਨੇ ਐਸੀ ਵਿਧੀ ਠੱਡ ਲਈ ਹੈ ਵੀ ਆਪਾਂ ਇੰਝ ਕਰੀਏ ਵੀ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਜਿਹੜੇ 9 ਹੈ ਨਾ 9 ਰੂਪ ਹੋ ਕੇ ਤੇ ਜਾ ਕੇ ਭਗਤੀ ਕਰੀਏ। ਇਵੇਂ ਉਹਨਾਂ ਭਗਤੀ ਕਰਨ ਦੀ ਹੀ ਆ ਵਿਧੀ ਠੱਡ ਲਈ ਹੈ। ਕਿਦੋਂ ਵਿਸ਼ਵਕਰਮਾ ਨਾ ਸੇਖ ਤੇ ਮੰਨਨ ਲੈ ਕਹਿੰਦੇ ਜਾਂ ਤੇ ਫਿਰ ਇਵੇਂ ਹੈ, ਜਾਂ ਭਾਈ ਐਵੇਂ ਸਮਝ ਲਓ ਵੀ ਜਿਵੇਂ ਵਿਸ਼ਵਕਰਮਾ ਹੈ ਨਾ ਦੇਵਤਿਆਂ ਦਾ ਕਾਰੀਗਰ, ਜਿਹੜਾ ਸਾਰੇ ਕਾਰ ਵਿਹਾਰ ਕਰਦਾ, ਦੇਵਤਿਆਂ ਦੇ ਮਹਿਲ ਮੰਦਰ ਮਾੜੀਆਂ ਬਣਾਉਂਦਾ ਹੈ, ਜਿਹਨੂੰ ਲੋਹੇ ਦਾ ਵੀ ਗੁਰੂ ਮੰਨਿਆ ਵਿਸ਼ਵਕਰਮਾ ਨੂੰ ਲੋਕ ਭਗਤੀ ਕਰਦੇ ਹੈ। ਮਤਲਬ ਆਪਣੇ ਸ਼ਸਤਰ ਬਸਤਰ ਸਜਾਉਂਦੇ, ਵਿਸ਼ਵਕਰਮਾ ਪੂਜਾ ਕਰਦੇ ਦੀਵਾਲੀ ਤੋਂ ਅਗਲੇ ਦਿਨ। ਕਹਿੰਦੇ ਮਾਨੋ ਕਿ ਜਿਵੇਂ ਵਿਸ਼ਵਕਰਮਾ ਨੇ ਜੋ ਸ਼ੇਸ਼ਨਾਗ ਹੈ, ਅਤੇ ਸ਼ੇਸ਼ਨਾਗ ਦੇ ਉੱਤੇ ਗ੍ਰੰਥਾਂ ਵਿੱਚ ਕਥਨ ਕੀਤਾ ਵਿਦਵਾਨਾਂ ਨੇ ਵੀ ਸ਼ੇਸ਼ਨਾਗ ਦੇ ਸੀਸ ਉੱਪਰ ਮਣੀਆਂ ਬੜੀਆਂ ਲੱਗੀਆਂ ਹੈ, ਮਣੀਆਂ ਸੋਭ ਰਹੀਆਂ ਹੈ। ਕਹਿੰਦੇ ਮਾਨੋ ਵੀ ਵਿਸ਼ਵਕਰਮਾ ਨੇ ਸ਼ੇਸ਼ਨਾਗ ਦੇ ਸੀਸ ਦੇ ਉੱਪਰੋਂ ਆ ਮਣੀਆਂ ਲੈ ਕਰਕੇ ਕਾਂਤ ਹਿਤ ਖਿਚੀ ਬਸੈ ਰਮਾ ਸਾਜ ਕੁੜੀ ਸੀ। ਕਾਂਤ ਹਿਤ ਖਚੀ ਬਸੈ, ਖਿਚੀ ਦੀਆਂ ਖਚੀ ਬਸੈ, ਮਾਨੋ ਕਿ ਸੁੰਦਰਤਾ ਦੇ ਵਾਸਤੇ ਉਹ ਮਣੀਆਂ ਜੜ ਦਿੱਤੀਆਂ ਤੇ ਬਸੇ ਰਮਾ ਸਾਜ ਕੁਟੀ ਸੀ। ਤੇ ਉਹ ਜਿਹੜੀਆਂ ਮਣੀਆਂ ਜੜ ਦਿੱਤੀਆਂ ਮਾਨੋ ਕਿ ਬੜੀ ਸੁੰਦਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਕੁਟੀਆ ਸੱਜ ਗਈ ਹੈ, ਕੁਟੀਆ ਬਣ ਗਈ ਹੈ ਸੁੰਦਰ, ਤੇ ਉਹਦੇ ਵਿੱਚ ਰਮਾ ਜਿਹੜੀ ਲక్ష్ਮੀ ਵਸ ਰਹੀ ਹੈ। ਗੁਰੂ ਜੀ ਦੇ ਚਰਨਾਂ ਵਿੱਚ ਲక్ష్ਮੀ ਤੇ ਹੈ ਹੀ, ਜਿੱਥੇ ਗੁਰੂ ਜੀ ਵਿਰਾਜਮਾਨ ਹੁੰਦੇ ਸੀ ਤੇ ਮਾਇਆ ਚਰਨਾਂ 'ਚ ਆ ਡਿੱਗਦੀ ਸੀ, ਲੋਕ ਸੰਗਤਾਂ ਚਰਨਾਂ 'ਚ ਮਾਇਆ ਸੁੱਟਦੀ ਸੀ। ਜਿਵੇਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮਾਇਆ ਡਿੱਗਦੀ ਹੈ ਨਾ ਆ ਕੇ, ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕਿੱਥੇ ਵੀ ਗੁਰੂ ਦਾ ਸਥਾਨ, ਇੱਥੇ ਵੀ ਮਾਨੋ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਕੋਲ ਬੜੀ ਸੁੰਦਰ ਜਿਹੜੀਆਂ ਮਣੀਆਂ ਜਿਹੜੀਆਂ ਵਿਸ਼ਵਕਰਮਾ ਨੇ ਲੈ ਆਂਦੀਆਂ ਸ਼ੀਸ਼ਨਾਗ ਕੋਂ, ਤੇ ਉਹਨਾਂ ਦੀ ਸੁੰਦਰ ਕੁਟੀਆ ਸਜਾ ਦਿੱਤੀ ਹੈ ਤੇ ਲక్ష్ਮੀ ਬੜੇ ਸੁੱਖ ਆਰਾਮ ਨਾਲ ਵਸ ਰਹੀ ਹੈ। ਚਰਨ ਕਮਲ ਹਰਿ ਕ੍ਰਿਸ਼ਨ ਅਨੂਪ ਬਨੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਅਨੂਪ ਕਹੀਏ, ਬੜੇ ਉਪਮਾ ਤੋਂ ਰਹਿਤ
बड़े अनोखे बड़े सुंदर बने हुए हैं। नाक सस शकल से उपमा ना लटीसी। कवि साहब जी कहते हैं भी गुरु जी के चरण बड़े उपमा तो भाई रहत है। तो जे असीं कह दईए आप मां दे दईए भी गुरु जी के जिहड़े नख चरणा दे नौं है ना, तो जिहड़ा सस कहिए चंद्रमा, भी चंद्रमा की शकल दे नौं मन लईए। जिवें चंद्रमा दी टुकड़ियां हुंदियां ना, एक पहली दूज तीज फिर चौथ फिर पंचमी अष्टमी सप्तमी, इवें थित्तां दे हौली हौली वधदा चंद्रमा टुकड़ी वांग हुंदा। कहते जे इवें कह दईए भी गुरु जी के जिहड़े चरणां दे नौं आ भी वो चंद्रमा की शकल वर्गे हैं। उपमा ना लटीसी, कहते ये भी उपमा ना आ लटीसी ही है, भाव बड़ी न्यूनताई बड़ी थोड़ी बड़ी निक्की उपमा है। ये भी उपमा अटपटी जी है। लटीसी कहिए भाव बच्चों वांग है। जिमें बच्चे गल्लां मारदे ना अपनियां ही वो मारी जाते हैं, तो असीं कह देने हुन्ने आ वो तू की कहना, तेरी समझ कोई आउंदी नहीं, की बोली जाना तू। तो बच्चे अपने ही वो गल्लां मारी जाते हैं। कहते मानो भी वो बच्चों वांग ही गल्लां करन वालियां हैं कि गुरु जी के चरण तो वो भी चंद्रमा के जिहड़े सूत दे है। कहते नहीं भाई ओहो जे भी नहीं है। नख सस सकल से, सकल का अर्थ जिहड़ा पद सिद्ध करके भी सा कल, चंद्रमा दियां 16 कलां है, 16 कलां वाला चंद्रमा है। कि कहते भी जे कह दी भी चंद्रमा जिहड़ा 16 कलां वाला भी उहदे वर्गे गुरु जी के चरणों के नौं है, तो वह भी नहीं है। उपमा ना लटीसी, ये किवें बचन है, इसका अर्थ उपमा ना लटीसी का भी जिहड़े बच्चे हैं जिवें बच्चे उपमा करन ते उहदे वर्गी भी उपमा नहीं बनती। भाव जिवें बच्चे गल्लां करना तो न्यूनताई हुंदी इहदे विच, मानो कि बच्चों वर्गी गल भी नहीं, मतलब मुढ़ों ही अणबण है, मुढ़ों ही निकम्मी गल है। गुरु के चरणों की इवें बराबरी कराउणी नहीं भाई बनती। फिर पाठ इकट्ठा कर दिए कि नख सस सकल से उपमान लटीसी। उपमान भला की हुंदा, जिद्दां जिस दी उपमा दईए तो जिस ना दईए। जिवें हुणे कह दे कोई तेरियां अखां दे जिहड़ियां हिरनी वर्गियां, मतलब हिरनी दियां अखां उपमान है, तो जिहदी अखां नूं क्या वो उपमेय है। कहते वो उपमान जिहड़ा है चंद्रमा, जां समझ लो भी वो अगे उत्ते जिहड़े प्रमाण दिते है वो कहते न्यूनताई है। उपमा ना लटीसी, अटपटी जी गल है, बच्चों वाली गल कोई नहीं बनती, बिल्कुल ना कथनी है, कथन योग गल है ही नहीं। इवें सतगुरु जी के चरण महान है। भाई संतोख सिंह जी ने गुरु हरकृष्ण महाराज के चरण बेअंत बेअंत दसदे हुए ये उपमा की है, वो आप जी ने सरवण की है। सतगुरु महाराज जी के मंगलों की कथा जी हो रही है। गुरु महाराज की कृपा सदका जिवें सतगुरु जी समत बख्श रहे हो, कथा सतगुरु जी अपनी दरबार में करा रहे हैं। हुण साध संगत जी समय के लिहाज नाल आपां समाप्ति करिए। अगे 9वें पातशाह गुरु तेग बहादुर साहब जी का मंगल आवेगा, वो आपां कल दे दीवानां विच सरवण करांगे, नाल ही 10वें पातशाह जी का। हुण आपां इत्थे अखीरलियां पंक्तियां पढ़ के समाप्ति करिए। सतगुरु धन धन श्री गुरु ग्रंथ साहिब जी महाराज गुरु की संगत बख्शना रे बख्श लैना जी। भुल्लां चुक्कां दी खिमा विचारां दी इत्थे समाप्ति करिए जी। चरण कमल हर कृष्ण अनूप बने, नख सस सकल से उपमा न लटीसी। वाहेगुरु जी का खालसा वाहेगुरु जी की फतेह। अचुत हे पार ब्रह्म अविनाशी अगनास, हे पूर्ण हे सर्ब मैं दुख भंजन गुणदास। हे संगी हे निरंकार हे निर्गुण सब टेक, हे गोबिंद हे गुण निधान जाकै सदा विवेक। हे अपरंपर हर हरे है पी होवन हार, हे संत है कै सदा संग निदारा आधार। हे ठाकुर हौ दासरो मैं निर्गुण गुण नहीं कोय,
ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ